श्री अर्जन विघ्नन के नाशक, विघ्नन के नाशक, हर गोबिंद शुभ समत प्रकाशक। श्री हर राय नमो कर जोरी, नमो कर जोरी। श्री हर कृष्ण मनाए बहोरी, तेग बहादुर परम कृपाला जी, परम कृपाला। श्री गुरु गोबिंद सिंह बेसाला, तारों तारा पर पुन पुन सीसा, पुन पुन सीसा। बंदों बार बार जगदीशा, जिसमें अमृत ज्ञान है मानक भगत बैराग। श्री गुरु ग्रंथ साहिब उदद बंदो कर अनुराग। श्री गुरु बचन कमाए जिन जीते पंच विकार। तिन संतन को बंधना सिर चरणन पर धार। एक ओंकार सतगुरु तेह प्रसाद सच होए। वाहिगुरु जी की फतेह, विघ्न विनाशन सोए। वाहिगुरु जी की फतेह, विघ्न विनाशन सोए। सतनाम श्री वाहिगुरु जी। सोन सिखन जोरे हाथा, इस ग्राम दास गण नाथा। पालालो पाई तीरा, गुण सिक्खी के भरपूरा। सोन सिखन जोरे हाथा। परम सन्मानजोग सतगुरु जी की साजी नवाजी, गुरु प्यारे, गुरु सवारी, गुरु रूप, गुरु खालसा, सत संगत जीओ। आप सरबत संगतां वडभागे हो, जो साहिबे कमाल दशमेश पिता अमृत दे दाते सरवंश दानी साहिब सतगुरु श्री गुरु गोबिंद सिंह सह सच्चे पातशाह जी दे महान परम पवित्र अस्थान खालसे दे प्रगट अस्थान तखत श्री केसगढ़ साहिब जी विखे दो जां बहाली जुगो जुग अटल तख चौवर छत्र दे मालक साहिब सतगुरु श्री गुरु ग्रंथ साहिब सच्चे पातशाह जी दी पवित्र पावन हजूरी अंदर तीसरे पहर दे सजे सुंदर दीवाना दी हाजरी भर रहे हो। गुरमुख प्यारे गुरु के कीर्तने दे पासों गुरबाणी का मनोहर कीर्तन सरवण करके लाहे प्राप्त किए हैं। सो तख्त साहिब के रोजाना के नेम अनुसार शामा वेले दे दीवान का समा होया है, जिस अंदर आप संगतां हर रोज़ गुरु हजूरी विच सज के लड़ीवार चल रही गुर इतिहास की कथा विचार सरवण करते हो। सो आओ अज की
ਲੜੀ ਦੀ ਕਥਾ ਵਿੱਚ ਆਰੰਭ ਕਰਨ ਤੋਂ ਪਹਿਲਾਂ ਗੁਰੂ ਚਰਨਾਂ 'ਚ ਹਾਜ਼ਰੀ ਲਵਾਈਏ। ਦਿਵਸਮੇਸ਼ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼, ਗੁਰੂ ਫਤਿਹ ਦੀ ਸਾਂਝ ਪਾਈਏ। ਸਰਬੱਤ ਸੰਗਤਾਂ ਰਸਨਾ ਨੂੰ ਕਰੋ ਪਵਿੱਤਰ, ਅਦਬ ਸਤਿਕਾਰ ਦੇ ਨਾਲ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸੰਗਤ ਜੀਓ, ਲੜੀਵਾਰ ਚੱਲ ਰਹੇ ਪ੍ਰਸੰਗ ਦੀ ਪਿਛਲੀ ਲੜੀ ਦੇ ਵਿੱਚ ਆਪ ਸੰਗਤਾਂ ਨੇ ਗੁਰਮੁਖ ਪਿਆਰੇ ਗਿਆਨੀ ਸਤਿੰਦਰ ਸਿੰਘ ਜੀ ਪਾਸੋਂ ਸਰਵਣ ਕੀਤਾ ਹੈ ਕਿ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਰਾਤ ਦਾ ਢਕਾਓ ਨੱਲੇ ਪਿੰਡ ਦੇ ਵਿੱਚ ਹੋਇਆ ਹੈ। ਆਨੰਦ ਕਾਰਜ ਹੋਏ ਨੇ। ਆਈ ਸੰਗਤ ਦੀ ਬਰਾਤੀਆਂ ਦੀ ਸੇਵਾ ਹੋਈ ਹੈ। ਬੜੇ ਆਨੰਦ ਪ੍ਰਸੰਨ ਨੇ, ਖੁਸ਼ੀਆਂ ਮੰਗਲਾਚਾਰ ਹਨ। ਸੋ ਇਸੇ ਤਰ੍ਹਾਂ ਰਾਤ ਬਤੀਤ ਹੋਈ ਹੈ। ਅੰਮ੍ਰਿਤ ਵੇਲੇ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਸੁਚੇਤ ਹੋਏ ਨੇ। ਸੋਚ ਇਸ਼ਨਾਨ ਤੋਂ ਬਾਅਦ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਦੇ ਚਰਨਾਂ ਦੇ ਵਿੱਚ ਜੁੜੇ ਨੇ। ਦਿਨ ਚੜ੍ਹਿਆ ਹੈ, ਦੀਵਾਨ ਸਜਿਆ ਹੈ। ਸਤਿਗੁਰੂ ਜੀ ਦੀ ਹਜ਼ੂਰੀ ਦੇ ਵਿੱਚ ਨਗਰ ਦੀ ਸਾਰੀ ਸੰਗਤ ਇਕੱਠੀ ਹੋ ਕਰਕੇ ਪਹੁੰਚੀ ਹੈ। ਸਤਿਗੁਰੂ ਜੀ ਦੇ ਨਾਲ ਬਚਨ ਵਿਲਾਸ ਹੋ ਰਹੇ ਨੇ। ਸਤਿਗੁਰੂ ਪਾਤਸ਼ਾਹ ਜੀ ਉਹਨਾਂ ਸਿੱਖਾਂ ਦੇ ਪਾਸੋਂ ਪੁੱਛਦੇ ਨੇ ਕਿ ਇਸ ਨਗਰ ਦੇ ਵਿੱਚ ਹੋਰ ਕਿਹੜੇ-ਕਿਹੜੇ ਗੁਰਮੁਖ ਪਿਆਰੇ ਜਿਹੜੇ ਸਿੱਖ ਨੇ ਉਹ ਹੋਏ ਨੇ। ਇਹ ਸੁਣ ਕੇ ਨਗਰ ਦੇ ਗੁਰੂ ਕੇ ਸਿੱਖ ਸਤਿਗੁਰੂ ਜੀ ਦੇ ਸਨਮੁਖ ਹੱਥ ਜੋੜ ਕੇ ਉਹਨਾਂ ਮਹਾਨ ਗੁਰਮੁਖ ਪਿਆਰਿਆਂ ਦੇ ਬਾਰੇ ਜਿਨ੍ਹਾਂ ਨੇ ਸਤਿਗੁਰੂ ਜੀ ਦੇ ਹੁਕਮ ਤੇ ਚੱਲਦਿਆਂ ਸੇਵਾ ਕਮਾਈ, ਘਾਲ ਕਮਾਈ ਕਰਕੇ ਜੀਵਨ ਨੂੰ ਸਫਲ ਬਣਾਇਆ, ਉਹ ਕਿਹੜੇ-ਕਿਹੜੇ ਗੁਰਸਿੱਖ ਨੇ। ਨਗਰ ਵਾਸੀ ਗੁਰਸਿੱਖ ਸੰਗਤਾਂ ਸਤਿਗੁਰੂ ਜੀ ਨੂੰ ਦੇ ਨਾਲ ਵਚਨ ਵਿਲਾਸ ਜੋ ਹੋ ਰਹੇ ਨੇ। ਅਗਲੇ ਪ੍ਰਸੰਗ ਦੇ ਵਿੱਚ ਮਹਾਕਵੀ ਭਾਈ ਸੰਤੋਖ ਸਿੰਘ ਚੂੜਾਮਨ ਸ੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਦੇ ਅੰਦਰ ਗੁਰੂ ਕਾ ਪਵਿੱਤਰ ਇਤਿਹਾਸ ਜਿਸ ਤਰ੍ਹਾਂ ਵਰਣਨ ਕਰ ਰਹੇ ਨੇ। ਸੋ ਆਓ ਧਿਆਨ ਸੁਰਤੀ ਨੂੰ ਗੁਰੂ ਚਰਨਾਂ ਦੇ ਵਿੱਚ ਜੋੜ ਕੇ ਅਗਲਾ ਪ੍ਰਸੰਗ ਸਰਵਣ ਕਰਦੇ ਹਾਂ। ਸਾਰੀ ਸੰਗਤ ਗੁਰੂ ਚਰਨਾਂ ਵਿੱਚ ਜੁੜਦੇ ਹੋਏ ਰਸਨਾ ਨੂੰ ਪਵਿੱਤਰ ਕਰੋ ਜੀ। ਗੱਜ ਕੇ ਉਚਾਰਨ ਕਰੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਨ ਸਿੱਖਨ ਜੋਰੇ ਹਾਥਾ। ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਜਦੋਂ ਪੁੱਛਦੇ ਨੇ ਸੰਗਤਾਂ ਨੂੰ ਬੜੇ ਪ੍ਰੇਮ ਦੇ ਨਾਲ ਕਿ ਭਾਈ ਦੱਸੋ ਇਸ ਨਗਰ ਦੇ ਵਿੱਚ ਹੋਰ ਕਿਹੜੇ-ਕਿਹੜੇ ਮਹਾਨ ਗੁਰਸਿੱਖ ਹੋਏ ਨੇ, ਤਾਂ ਗੁਰੂ ਕੇ ਸਿੱਖਾਂ ਨੇ ਹੱਥ ਜੋੜੇ ਨੇ। ਹੱਥ ਜੋੜ ਕੇ ਗੁਰੂ ਚਰਨਾਂ ਦੇ ਵਿੱਚ ਬੇਨਤੀ ਕਰਦੇ ਹਨ। ਇਸ ਗ੍ਰਾਮ ਦਾਸ ਗਨ ਨਾਥਾ। ਹੇ ਸੱਚੇ ਪਾਤਸ਼ਾਹ ਜੀ, ਇਸ ਗ੍ਰਾਮ ਭਾਵ ਕਿ ਇਸ ਪਿੰਡ ਦੇ ਵਿੱਚ ਹੇ ਮਾਲਕ, ਹੇ ਨਾਥ ਜੀ, ਤੁਹਾਡੇ ਬਹੁਤ ਭਾਵਨਾ ਵਾਲੇ ਪਿਆਰੇ ਗੁਰਸਿੱਖ ਹੋਏ ਹਨ। ਭਾ ਲਾਲੋ ਭਾਈ ਧੀਰਾ। ਭਾਈ ਲਾਲੋ ਇਸ ਨਗਰ ਦਾ ਹੋਇਆ ਜਿਹੜਾ ਬੜਾ ਹੀ ਧੀਰ ਜਵਾਨ ਗੁਰੂ ਕਾ ਸਿੱਖ ਸੀ। ਗੁਣ ਸਿੱਖੀ ਕੇ ਭਰਪੂਰਾ। ਜਿਹਦੇ ਅੰਦਰ ਗੁਰਸਿੱਖੀ ਦੇ ਸਾਰੇ ਹੀ ਗੁਣ ਭਰਪੂਰ ਸਨ। ਗੁਰਸਿੱਖਾਂ ਵਾਲੇ ਜਿਹਦੇ ਅੰਦਰ ਸਾਰੇ ਹੀ ਗੁਣ ਸਨ। ਜੋ ਰਾਵਰ ਬਖਸ਼ਿਸ਼ ਕੀਨੀ। ਜੋ ਰਾਵਰ ਭਾਵ ਕੇ ਆਪ ਜੀ ਨੇ ਉਹਨਾਂ ਉੱਤੇ ਮਹਾਨ ਬਖਸ਼ਿਸ਼ਾਂ ਕੀਤੀਆਂ। ਸਿੱਖ ਬਹਿਲੋ ਹਿਤ ਕਰ ਲੀਨੀ। ਤੇ ਇਸੇ ਹੀ ਨਗਰ ਦਾ ਭਾਈ ਬਹਿਲੋ ਜਿਹਨੂੰ ਸਤਿਗੁਰੂ ਜੀ ਦੇ ਪਾਸੋਂ
ਇਹ ਮਾਣ ਪ੍ਰਾਪਤ ਹੋਇਆ ਭਾਈ ਬਹਿਲੋ ਸਭ ਤੋਂ ਪਹਿਲੋਂ। ਉਹ ਮਹਾਨ ਗੁਰਸਿੱਖ ਹੋਏ ਹਨ। ਸ਼੍ਰੀ ਅਮਰਦਾਸ ਸਭ ਸੋਈ, ਜਿਹੜੇ ਸਤਿਗੁਰੂ ਗੁਰੂ ਅਮਰਦਾਸ ਹੈ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਸੇਵਕ ਸਨ। ਤਿਗ ਲਾਲੋ ਕੇ ਦਈ ਜੋਈ, ਜੋ ਬਖਸ਼ਿਸ਼ਾਂ ਸਤਿਗੁਰੂ ਜੀ ਨੇ ਭਾਈ ਲਾਲੋ ਜੀ ਦੇ ਉੱਤੇ ਬਖਸ਼ਿਸ਼ ਕੀਤੀਆਂ। ਅਸ ਸਿੱਖ ਅਪਰ ਕਨ ਹੋਏ, ਗੁਰੂ ਕੇ ਸਿੱਖ ਸਤਿਗੁਰੂ ਜੀ ਨੂੰ ਦੱਸਦੇ ਨੇ ਕਿ ਸੱਚੇ ਪਾਤਸ਼ਾਹ ਜੀ ਐਸੇ ਕਰਨੀ ਕਮਾਈ ਵਾਲੇ ਹੋਰ ਬਹੁਤ ਸਾਰੇ ਗੁਰਸਿੱਖ ਇਸ ਪਿੰਡ ਦੇ ਇਸ ਨਗਰ ਦੇ ਹੋਏ ਹਨ। ਜੋ ਗਿਨਵੇ ਤੇ ਬਹੁ ਜੋਏ, ਜਿਹੜੇ ਗਿਣਤੀ ਦੇ ਵਿੱਚ ਬਹੁਤ ਨੇ, ਬਹੁਤ ਭਾਰੀ ਗਿਣਤੀ ਹੈ। ਇਕ ਭਇਓ ਸੋ ਭਾਈ ਪਾਰੋ, ਤੇ ਗੁਰਸਿੱਖ ਦੱਸਦੇ ਨੇ ਕਿ ਸੱਚੇ ਪਾਤਸ਼ਾਹ ਜੀ ਉਹਨਾਂ ਦੇ ਵਿੱਚੋਂ ਹੀ ਇੱਕ ਗੁਰੂ ਕਾ ਪਿਆਰਾ ਸਿੱਖ ਹੋਇਆ ਜਿਹਦਾ ਨਾਮ ਭਾਈ ਪਾਰੋ ਪਰਮਹੰਸ ਹੈ। ਗੁਰ ਅਮਰ ਕੇਰ ਬਹੁ ਪਿਆਰੋ, ਜਿਹੜਾ ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੂੰ ਬੜਾ ਹੀ ਪਿਆਰਾ ਗੁਰੂ ਕਾ ਸਿੱਖ ਸੀ। ਤਿਸ ਉਪਰ ਅਧਿਕ ਪ੍ਰਸੰਨੇ, ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਭਾਈ ਪਾਰੋ ਪਰਮਹੰਸ ਜੀ ਦੇ ਉੱਤੇ ਬਹੁਤ ਜ਼ਿਆਦਾ ਹੀ ਪ੍ਰਸੰਨ ਹੋਏ। ਗੁਰ ਭਾਣਾ ਜਿਨ ਮਨ ਮੰਨੇ, ਜਿਨ੍ਹਾਂ ਨੇ ਗੁਰੂ ਦਾ ਭਾਣਾ, ਗੁਰੂ ਦੀ ਰਜ਼ਾ, ਗੁਰੂ ਦਾ ਹੁਕਮ ਸਿਰ ਮੱਥੇ ਕਰਕੇ ਮੰਨਣਾ ਕੀਤਾ। ਸੰਗਤ ਜੀਓ, ਕਿਉਂਕਿ ਸਤਿਗੁਰੂ ਜੀ ਦੀ ਬਾਣੀ ਵੀ ਆਖਦੀ ਹੈ ਕਿ ਗੁਰੂ ਦਾ ਸਿੱਖ ਉਹੀ ਹੈ ਜਿਹੜਾ ਗੁਰੂ ਕੇ ਭਾਣੇ ਵਿੱਚ ਚੱਲਦਾ ਹੈ, ਜਿਹੜਾ ਗੁਰੂ ਦੇ ਹੁਕਮ ਵਿੱਚ ਚੱਲਦਾ ਹੈ, ਜਿਹੜਾ ਆਪਣੇ ਭਾਣੇ ਚੱਲਦਾ ਹੈ ਭਾਈ ਵਿਛੜ ਚੋਟਾਂ ਖਾਵੇ, ਜਿਹੜਾ ਆਪਣੀ ਮਨਮਰਜ਼ੀ ਕਰਦਾ ਹੈ, ਆਪਣੀ ਮਨਮਤ ਕਰਦਾ ਹੈ, ਉਹ ਗੁਰੂ ਤੋਂ ਵਿਛੜ ਕੇ, ਗੁਰੂ ਤੋਂ ਦੂਰ ਹੋ ਕੇ, ਗੁਰੂ ਤੋਂ ਮਨਮੁਖ ਹੋ ਕੇ ਮਨ ਤੇ ਆਪਣੇ ਤਨ ਤੇ ਚੋਟਾਂ ਹੀ ਖਾਂਦਾ ਹੈ ਵਿਕਾਰਾਂ ਦੀਆਂ। ਸੋ ਇਸ ਤਰ੍ਹਾਂ ਇਹ ਗੁਰੂ ਕਾ ਸਿੱਖ ਭਾਈ ਪਾਰੋ ਪਰਮਹੰਸ ਬੜਾ ਹੀ ਗੁਰੂ ਕੇ ਹੁਕਮ ਦੇ ਵਿੱਚ, ਗੁਰੂ ਦੀ ਰਜ਼ਾ ਭਾਣੇ ਵਿੱਚ ਚੱਲਣ ਵਾਲਾ ਸੀ। ਔਰ ਗਿਆਨ ਮਹਿਦ ਗੰਭੀਰੰ, ਜਿਹਦਾ ਹਿਰਦਾ ਗਿਆਨ ਦੇ ਵਿੱਚ ਭਰਪੂਰ ਸੀ ਤੇ ਬੜਾ ਡੂੰਘੇ ਜਿਗਰੇ ਵਾਲਾ, ਬੜੇ ਡੂੰਘੇ ਹਿਰਦੇ ਵਾਲਾ ਸੀ। ਨਿਤ ਨਿਸ਼ਚਲ ਮਨ ਔਰ ਧੀਰੰ, ਜਿਹਦੇ ਹਿਰਦੇ ਦੇ ਵਿੱਚ, ਜਿਹਦੇ ਮਨ ਦੇ ਵਿੱਚ ਗੁਰੂ ਦੇ ਉੱਤੇ ਸਦਾ ਅਟਲ ਨਿਸ਼ਚਾ, ਅਟਲ ਭਰੋਸਾ ਸੀ ਕਿ ਮੇਰਾ ਗੁਰੂ ਸਮਰੱਥ ਹੈ। ਕਦੇ ਵੀ ਆਪਣੇ ਮਨ ਨੂੰ ਗੁਰੂ ਦੇ ਨਿਸ਼ਚੇ ਤੋਂ ਡੋਲਣ ਨਹੀਂ ਦਿੱਤਾ ਭਾਈ ਪਾਰੋ ਨੇ। ਤਿਸ ਗੁਰ ਤਾ ਦੇਵਨ ਲਾਗੇ, ਤੇ ਸਿੱਖ ਦੱਸਦੇ ਨੇ ਕਿ ਸੱਚੇ ਪਾਤਸ਼ਾਹ ਜੀ ਭਾਈ ਪਾਰੋ ਦੀ ਕਰਨੀ ਕਮਾਈ ਤੋਂ, ਉਹਨਾਂ ਦੇ ਸਿਦਕ ਤੋਂ ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਇੰਨੇ ਪ੍ਰਸੰਨ ਹੋਏ ਕਿ ਸਤਿਗੁਰੂ ਜੀ ਚਾਹੁੰਦੇ ਸੀ ਕਿ ਗੁਰਤਾ ਗੱਦੀ ਭਾਈ ਪਾਰੋ ਨੂੰ ਅਸੀਂ ਬਖਸ਼ਿਸ਼ ਕਰ ਦਈਏ। ਨਹਿ ਮਾਨੀ ਮਨ ਵਡ ਭਾਗੇ, ਪਰ ਭਾਈ ਪਾਰੋ ਨੇ ਆਖਿਆ ਨਹੀਂ ਸੱਚੇ ਪਾਤਸ਼ਾਹ, ਆਪਣੇ ਸੇਵਕ ਨੂੰ, ਆਪਣੇ ਦਾਸ ਨੂੰ ਆਪਣੀ ਸਿੱਖੀ ਬਖਸ਼ਿਸ਼ ਕਰੋ, ਇਹ ਤਾਂ ਤੁਹਾਨੂੰ ਪਾਉਂਦੀ ਹੈ, ਇਹ ਭਾਰ ਮੈਂ ਨਹੀਂ ਚੁੱਕ ਸਕਦਾ। ਤੇ ਗੁਰੂ ਪਿਆਰੀ ਸੰਗਤ ਜੀਓ, ਗੁਰੂ ਦੀਆਂ ਬਖਸ਼ਿਸ਼ਾਂ ਦੇ ਨਾਲ ਗੁਰਗੱਦੀ ਜਿਹੜੀ ਹੈ ਉਹ ਪ੍ਰਾਪਤ ਹੁੰਦੀ ਹੈ। ਤੇ ਗੁਰੂ ਕਾ ਸਿੱਖ ਆਖ ਰਿਹਾ ਨਹੀਂ ਸੱਚੇ ਪਾਤਸ਼ਾਹ ਮੈਂ ਇਹਦੇ ਯੋਗ ਨਹੀਂ। ਤੇ ਅੱਜ ਦਾ ਸਮਾਂ ਹੋਵੇ ਤੇ ਦੌੜ ਕਰਕੇ ਆਖੇ ਕਿ ਮੈਨੂੰ ਹੋਰ ਕੀ ਚਾਹੀਦਾ ਜੇ ਮੈਨੂੰ ਗੁਰਗੱਦੀ ਮਿਲ ਜਾਵੇ। ਅੱਜ ਤਾਂ ਗੁਰੂ ਦੇ ਸ਼ਰੀਕ ਬਣ ਕਰਕੇ ਤੇ ਗੁਰੂ ਦੇ ਬਰਾਬਰ ਗੱਦੀਆਂ ਲਾ ਕੇ ਬੈਠਣ ਵਾਲਿਆਂ ਦਾ ਘਾਟਾ ਕੋਈ ਨਹੀਂ ਰਿਹਾ। ਆਸਰਾ ਬਾਣੀ ਦਾ ਲੈਣਾ ਹੈ, ਆਸਰਾ ਗੁਰੂ ਸ਼ਬਦ ਦਾ ਲੈਣਾ ਤੇ ਪੂਜਾ ਆਪਣੀ ਕਰਵਾਉਣੀ ਹੈ। ਐਸਾ ਜਿਹੜਾ ਅੱਜ ਦਾ ਮਾਹੌਲ ਬਣਿਆ ਹੋਇਆ, ਅੱਜ ਦਾ ਸਮਾਂ ਬਣਿਆ ਹੋਇਆ ਹੈ। ਪਰ ਉਹ ਗੁਰੂ ਕੇ ਸਿੱਖ ਆਪਣੇ ਗੁਰੂ ਦੇ ਉੱਤੇ ਸਿਦਕ ਵਾਲੇ ਸੀ, ਭਰੋਸੇ ਵਾਲੇ ਸੀ ਕਿ ਜੋ ਮੇਰਾ ਸਮਰੱਥ ਗੁਰੂ ਕਰ ਸਕਦਾ ਹੈ, ਉਹ ਕਰਨੀ ਕਮਾਈ ਮੇਰੇ ਕੋਲ ਨਹੀਂ ਹੈ, ਮੈਂ ਨਹੀਂ ਕਰ ਸਕਦਾ, ਮੈਂ ਤਾਂ ਗੁਰੂ ਦੇ ਚਰਨਾਂ ਦੀ ਸੇਵਾ ਹੀ ਕਰ ਸਕਦਾ ਹਾਂ। ਐਸੀ ਭਾਵਨਾ ਰੱਖ ਕੇ ਭਾਈ ਪਾਰੋ ਜੀ ਬੇਨਤੀ ਕਰਦੇ ਨੇ ਸੱਚੇ ਪਾਤਸ਼ਾਹ ਆਪਣਾ ਸੇਵਕ ਹੀ ਰੱਖੋ,
ਮੈਨੂੰ ਤਾਂ ਸਿੱਖੀ ਹੀ ਬਣ ਆਉਂਦੀ ਹੈ। ਕਰ ਜੋਰਤ ਬਿਨੈ ਬਖਾਨੇ, ਹੱਥ ਜੋੜ ਕੇ ਭਾਈ ਪਾਰੋ ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਬਿਨੇ ਬੇਨਤੀ ਆਖਦਾ ਹੈ। ਹਮ ਸਿੱਖੀ ਮਹਿ ਮਨ ਮਾਨੇ, ਸੱਚੇ ਪਾਤਸ਼ਾਹ ਜੀ ਮੇਰਾ ਤਾਂ ਤੁਹਾਡੀ ਸਿੱਖੀ ਦੇ ਵਿੱਚ ਹੀ ਮਨ ਭਤੀਜਿਆ ਹੋਇਆ ਹੈ। ਮੇਰਾ ਮਨ ਇਹੋ ਹੀ ਲੋਚਦਾ ਹੈ ਕਿ ਮੈਂ ਤੁਹਾਡਾ ਸਿੱਖ ਹੀ ਬਣਿਆ ਰਵਾਂ, ਮੈਨੂੰ ਤੁਹਾਡੀ ਸਿੱਖੀ ਹੀ ਪ੍ਰਾਪਤ ਹੋ ਜਾਵੇ, ਇੰਨੀ ਹੀ ਮੇਰੇ ਵਾਸਤੇ ਬੜੀ ਹੈ। ਇਹ ਤੁਮ ਕੋ ਹੀ ਬਨ ਆਵੇ, ਇਹ ਗੁਰਤਾ ਵਾਲਾ ਭਾਰ, ਇਹ ਵਡਿਆਈ ਤਾਂ ਸੱਚੇ ਪਾਤਸ਼ਾਹ ਤੁਹਾਨੂੰ ਹੀ ਬਣ ਆਉਂਦੀ ਹੈ। ਹਮ ਸੇਵਕ ਸੇਵ ਕਮਾਵੇ, ਅਸੀਂ ਤਾਂ ਸੇਵਕ ਬਣ ਕੇ ਤੁਹਾਡੇ ਦਾਸ ਬਣ ਕੇ ਤੁਹਾਡੀ ਸੇਵਾ ਕਮਾਵਾਂਗੇ। ਸੁਨ ਅਮਰਦਾਸ ਗੁਰ ਭਾਖਾ, ਇਸ ਤਰ੍ਹਾਂ ਗੁਰੂ ਕੇ ਸਿੱਖ ਭਾਈ ਪਾਰੋ ਦਾ ਨਿਸ਼ਚਾ ਭਰੋਸਾ ਵੇਖ ਕਰਕੇ ਸੁਣ ਕਰਕੇ ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਆਖਿਆ, ਜੇ ਤੇਰੀ ਅਸ ਅਵਿਲਾਖਾ। ਸਤਿਗੁਰੂ ਜੀ ਆਖਣ ਲੱਗੇ ਠੀਕ ਹੈ ਭਾਈ ਪਾਰੋ ਜੀ, ਤੇਰੀ ਜੇ ਇਹ ਅਵਲਾਖਾ ਹੈ, ਜੇ ਤੇਰੀ ਇਹ ਚਾਹਣਾ ਇੱਛਾ ਹੈ, ਤੋ ਤਨ ਕੋ ਤਿਆਗ ਸਮਾਵੋ। ਫਿਰ ਹੁਣ ਇਸ ਤਰ੍ਹਾਂ ਕਰ, ਜਾ ਆਪਣਾ ਹੁਣ ਇਹ ਤਨ ਤਿਆਗ ਕੇ ਆਪਣਾ ਇਹ ਸਰੀਰ ਛੱਡ ਕੇ ਗੁਰੂ ਦੇ ਵਿੱਚ ਸਮਾ ਜਾ। ਗੁਰ ਬਿਖੈ ਏਕਤਾ ਪਾਵੋ, ਗੁਰੂ ਦੇ ਵਿੱਚ ਏਕਤਾ ਹੋ ਪਾਵ ਕੇ ਗੁਰੂ ਰੂਪ ਹੋ ਜਾ, ਗੁਰੂ ਵਿੱਚ ਸਮਾ ਜਾ। ਹੁਣ ਜੇ ਤੂੰ ਮਨ ਦੇ ਵਿੱਚ ਇਹ ਇੱਛਾ ਧਾਰਨ ਕੀਤੀ ਹੈ। ਹਿਮ ਆਗਿਆ ਸੁਨ ਘਰ ਆਇਓ। ਸੋ ਸੰਗਤ ਜੀਓ, ਇਸ ਤਰ੍ਹਾਂ ਸਤਿਗੁਰੂ ਗੁਰੂ ਅਮਰਦਾਸ ਹੈ ਸੱਚੇ ਪਾਤਸ਼ਾਹ ਜੀ ਦੀ ਆਗਿਆ ਸੁਣ ਕੇ, ਹੁਕਮ ਸੁਣ ਕੇ ਭਾਈ ਪਾਰੋ ਆਪਣੇ ਘਰ ਡੱਲੇ ਵਾਪਸ ਆ ਗਿਆ। ਤਤ ਛਿਨ ਤਨ ਤਜਿਓ ਸਮਾਇਓ, ਆਖਦੇ ਗੁਰੂ ਦੀ ਆਗਿਆ ਦੇ ਨਾਲ, ਕਿਉਂਕਿ ਬ੍ਰਹਮ ਗਿਆਨ ਦੀ ਅਵਸਥਾ ਵਾਲਾ ਗੁਰੂ ਕਾ ਸਿੱਖ ਜਿਵੇਂ ਜਦੋਂ ਚਾਹੇ ਇਸ ਤਨ ਤੋਂ ਉਹ ਮੁਕਤ ਹੋ ਜਾਂਦਾ ਹੈ, ਜਦੋਂ ਚਾਹੇ ਇਸ ਤਨ ਨੂੰ ਸਰੀਰ ਨੂੰ ਤਿਆਗ ਸਕਦਾ ਹੈ। ਤੇ ਭਾਈ ਪਾਰੋ ਜੀ ਘਰ ਗਏ ਨੇ ਤੇ ਗੁਰੂ ਦੇ ਹੁਕਮ ਅਨੁਸਾਰ ਆਪਣੇ ਇਸ ਤਨ ਨੂੰ ਗੁਰੂ ਦੇ ਵਿੱਚ ਅਭੇਦ ਕਰ ਦਿੱਤਾ ਹੈ। ਇੱਕ ਵੜਵਾ ਚਪਲ ਬਲੀ ਹੈ। ਤੇ ਸੰਗਤ ਜੀਓ, ਇਸ ਭਾਈ ਪਾਰੋ ਦੇ ਕੋਲ ਇੱਕ ਬੜਵਾ ਆਖਦੇ ਨੇ ਘੋੜੀ ਨੂੰ, ਬੜੀ ਚਪਲ, ਬੜੀ ਚਲਾਕ, ਬੜੀ ਚੰਚਲ ਇੱਕ ਘੋੜੀ ਸੀ ਭਾਈ ਪਾਰੋ ਦੇ ਕੋਲ। ਤੇ ਗੁਰੂ ਸੰਗਤ ਜੀਓ, ਉਹ ਘੋੜੀ ਦੇ ਉੱਤੇ ਕੋਈ ਹੋਰ ਨਹੀਂ ਸੀ ਅਸਵਾਰ ਹੋ ਸਕਦਾ। ਤੇ ਭਾਈ ਪਾਰੋ ਦੀ ਉਹ ਆਗਿਆ ਵਿੱਚ ਚੱਲਦੀ ਸੀ, ਜਿਵੇਂ ਚਾਹੁੰਦਾ। ਜੇ ਉਹਨੂੰ ਕੋਈ ਛੜਾ ਮਾਰਨ ਦੀ ਕੋਈ ਲੋੜ ਨਹੀਂ, ਕੋਈ ਛਾਟਾ ਮਾਰਨ ਦੀ ਲੋੜ ਨਹੀਂ ਸੀ ਪੈਂਦੀ। ਜਿਵੇਂ ਭਾਈ ਪਾਰੋ ਚਾਹੁੰਦਾ, ਜੇ ਤੇਜ਼ ਚਾਹੁੰਦਾ ਤਾਂ ਤੇਜ਼ ਚੱਲਦੀ, ਜੇ ਹੌਲੀ ਚਾਹੁੰਦਾ ਤਾਂ ਹੌਲੀ ਚੱਲਦੀ। ਇਤਿਹਾਸ ਇਹ ਦੱਸਦਾ ਹੈ ਕਿ ਉਹ ਘੋੜੀ ਤੇ ਅਸਵਾਰ ਹੋ ਕਰਕੇ ਭਾਈ ਪਾਰੋ ਜੀ ਨਿੱਤ ਡੱਲੇ ਤੋਂ ਚੱਲ ਕੇ ਤੇ ਗੋਇੰਦਵਾਲ ਸਾਹਿਬ ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਜਾਇਆ ਕਰਦੇ, ਬਿਆਸ ਦਰਿਆ ਨੂੰ ਪਾਰ ਕਰਕੇ। ਤੇ ਕਦੇ ਕੋਈ ਪਰਵਾਹ ਨਹੀਂ ਕੀਤੀ ਕਿ ਦਰਿਆ ਡੂੰਘਾ ਹੈ, ਇਹਦੇ ਵਿੱਚ ਹੜ੍ਹ ਆਇਆ ਹੋਇਆ, ਜਾਂ ਇਹ ਪਾਣੀ ਜ਼ਿਆਦਾ ਹੈ ਕਿ ਘੋੜੀ ਮੇਰੀ ਵਿੱਚ ਡੁੱਬ ਜਾਵੇਗੀ, ਜਾਂ ਮੈਂ ਪਾਣੀ ਵਿੱਚ ਰੁੜ ਜਾਵਾਂਗਾ। ਗੁਰੂ ਕੀ ਬਾਣੀ ਦੇ, ਗੁਰੂ ਦੇ ਸ਼ਬਦ ਦਾ ਜਾਪ ਕਰਦੇ ਹੋਏ ਭਾਈ ਪਾਰੋ ਜੀ ਘੋੜੀ ਤੇ ਸਵਾਰ ਹੋ ਕਰਕੇ ਦਰਿਆ ਵਿੱਚੋਂ ਸਹਿਜੇ ਲੰਘ ਜਾਂਦੇ ਤੇ ਸਹਿਜੇ ਹੀ ਸ਼ਾਮ ਨੂੰ ਵਾਪਸ ਮੁੜ ਆਉਂਦੇ। ਤੇ ਇੱਕ ਵਾਰ ਦੀ ਘਟਨਾ ਹੈ ਕਿ ਇੱਕ ਫੌਜੀ ਦਲ ਜਿਹੜਾ ਸੀ ਬਾਦਸ਼ਾਹ ਦਾ, ਦਿੱਲੀ ਤੋਂ ਲਾਹੌਰ ਨੂੰ ਜਾ ਰਿਹਾ ਹੈ, ਤੇ ਬਿਆਸ ਦਰਿਆ ਦੇ ਕਿਨਾਰੇ ਇਹ ਰੁਕਿਆ ਹੋਇਆ। ਤੇ ਵੇਖਿਆ ਬਿਆਸ ਦਰਿਆ ਦੇ ਵਿੱਚ ਹੜ੍ਹ ਬੜਾ ਆਇਆ, ਪਾਣੀ ਬੜਾ ਆਇਆ ਹੋਇਆ ਹੈ। ਤੇ ਫੌਜ ਕਿਨਾਰੇ ਤੇ ਰੁਕ ਕਰਕੇ ਉਡੀਕ ਕਰ ਰਹੀ ਹੈ ਕਿ ਪਾਣੀ ਘਟੇ ਤੇ ਅਸੀਂ ਬੇੜੀਆਂ ਦੇ ਰਾਹੀਂ ਜਿਹੜਾ ਇਸ ਦਰਿਆ ਤੋਂ ਜਿਹੜਾ ਪਾਰ ਹੋਈਏ। ਤਾਂ ਉਸ ਸਮੇਂ ਉਹ ਬੜੇ ਹੈਰਾਨ ਹੋਏ ਜਦੋਂ ਇਹ ਭਾਈ ਪਾਰੋ ਆਇਆ ਘੋੜੀ ਤੇ ਸਵਾਰ ਹੋ ਕਰਕੇ। ਇਹਨੇ ਸਿੱਧੇ ਹੀ ਜਿਹੜੀ ਜਲ ਦੇ ਵਿੱਚ, ਪਾਣੀ ਦੇ ਵਿੱਚ, ਬਿਆਸ ਦੇ ਵਿੱਚ ਘੋੜੀ ਠੇਲ ਦਿੱਤੀ। ਦਰਿਆ ਪਾਰ ਕਰਕੇ ਸਤਿਗੁਰੂ ਜੀ ਦੇ ਜਾ ਕੇ ਦਰਸ਼ਨ ਕੀਤੇ, ਸੇਵਾ ਕੀਤੀ। ਤੇ ਸ਼ਾਮ ਨੂੰ ਜਦੋਂ ਵਾਪਸ ਮੁੜਿਆ ਤੇ ਉਹ ਫੌਜ ਦਾ ਜਿਹੜਾ ਜਰਨੈਲ ਸੀ ਉਹ ਭਾਈ ਪਾਰੋ ਨੂੰ ਸੱਦ ਕੇ ਪੁੱਛਦਾ ਵੀ ਤੂੰ ਕੌਣ ਹੈ? ਆਖਦਾ ਮੈਂ ਗੁਰੂ ਅਮਰਦਾਸ ਜੀ ਦਾ ਸਿੱਖ ਹਾਂ।
ਆਖਦਾ ਤੈਨੂੰ ਡਰ ਨਹੀਂ ਲੱਗਦਾ? ਤੂੰ ਅਸੀਂ ਵੇਖਿਆ ਕਿ ਪਾਣੀ ਦੇ ਵਿੱਚੋਂ, ਛੱਲਾਂ ਦੇ ਵਿੱਚੋਂ ਘੋੜੀ ਤੈਰ ਕਰਕੇ ਤੇਰੀ ਪਾਰ ਹੋ ਗਈ ਹੈ, ਅਸੀਂ ਤਾਂ ਇੱਥੇ ਰੁਕੇ ਹੋਏ ਹਾਂ ਡਰਦੇ ਹੋਏ ਕਿ ਪਾਣੀ ਦਾ ਵਹਾਅ ਤੇਜ਼ ਹੈ, ਪਾਣੀ ਦਾ ਵਹਾਅ ਘਟੇਗਾ, ਪਰ ਬੇੜੀਆਂ ਦੇ ਰਾਹੀਂ ਅਸੀਂ ਪਾਰ ਹੋਵਾਂਗੇ। ਸਾਡੇ ਕੋਲ ਤਾਂ ਬੇੜੀਆਂ ਵੀ ਨੇ, ਤੇਰੇ ਕੋਲ ਤਾਂ ਕੋਈ ਬੇੜੀ ਵੀ ਨਹੀਂ। ਤੂੰ ਤਾਂ ਇਸੇ ਤਰ੍ਹਾਂ ਸਹਿਜੇ ਹੀ ਘੋੜੀ ਨੂੰ ਪਾਣੀ ਵਿੱਚ ਠੇਲ ਕੇ ਪਾਰ ਹੋ ਗਿਆ ਹੈ। ਤੇ ਭਾਈ ਪਾਰੋ ਆਖਦਾ ਇਹ ਤਾਂ ਮੇਰੇ ਸਤਿਗੁਰੂ ਜੀ ਦੀ ਕਿਰਪਾ ਹੈ, ਮੈਂ ਕੌਣ ਹੈ? ਗੁਰੂ ਮੇਰਾ ਲੈ ਜਾਂਦਾ ਹੈ ਤੇ ਮੈਂ ਦਰਸ਼ਨ ਕਰ ਆਉਣਾ। ਇਹ ਮੈਂ ਨੇਮ ਬਣਾਇਆ ਕਿ ਸਤਿਗੁਰੂ ਜੀ ਦੇ ਦਰਸ਼ਨ ਰੋਜ਼ ਕਰਦਾ, ਤੇ ਇਹ ਨੇਮ ਮੇਰਾ ਗੁਰੂ ਨਿਭਾਉਂਦਾ ਹੈ। ਸੋ ਐਸਾ ਭਰੋਸਾ ਗੁਰੂ ਦਾ ਸਿੱਖ ਉੱਤੇ। ਆਖਦੇ ਉਸ ਉਹਨਾਂ ਫੌਜਾਂ ਦਾ ਜਿਹੜਾ ਜਰਨੈਲ ਸੀ ਉਹ ਵੀ ਸਤਿਗੁਰੂ ਗੁਰੂ ਅਮਰਦਾਸ ਹੈ ਸੱਚੇ ਪਾਤਸ਼ਾਹ ਜੀ ਦਾ ਸਿੱਖ ਬਣ ਗਿਆ, ਤੇ ਸਤਿਗੁਰੂ ਜੀ ਨੇ ਉਹਨੂੰ ਵੀ ਬਖਸ਼ਿਸ਼ ਕੀਤੀ। ਸੋ ਇਹੋ ਜਿਹੀ ਕਰਨੀ ਕਮਾਈ ਵਾਲਾ ਇਹ ਗੁਰੂ ਕਾ ਸਿੱਖ ਭਾਈ ਪਾਰੋ। ਹੁਣ ਜਿਹੜੀ ਇਹ ਆਪਣਾ ਸਰੀਰ ਤਾਂ ਛੱਡ ਗਿਆ ਗੁਰੂ ਦਾ ਹੁਕਮ ਮੰਨ ਕੇ, ਪਰ ਇਹਦੇ ਕੋਲ ਜਿਹੜੀ ਉਹ ਘੋੜੀ ਸੀ ਚੱਪਲ, ਬੜੀ ਚਲਾਕ, ਬੜੀ ਚੰਚਲ, ਜਿਹੜੀ ਬੜੀ ਤੇਜ਼ ਦੌੜਦੀ ਹੈ। ਜੇ ਸਮਨਹਿ ਔਰ ਭਲੀ ਹੈ, ਇਹਦੇ ਵਰਗੀ ਹੋਰ ਭਲੀ ਚੰਗੀ ਜਿਹੜੀ ਹੈ ਨਸਲ ਦੀ ਘੋੜੀ ਹੋਰ ਕੋਈ ਨਹੀਂ ਲੱਭਦੀ। ਸੋ ਅਮਰ ਗੁਰੂ ਟਿਗ ਭੇਜੀ, ਤੇ ਇਹ ਆਪਣੇ ਪਰਿਵਾਰ ਨੂੰ ਹੁਕਮ ਕਰ ਦਿੱਤਾ ਭਾਈ ਪਾਰੋ ਜੀ ਨੇ ਵੀ ਹੁਣ ਮੇਰੇ ਤੋਂ ਬਾਅਦ ਸਾਡੀ ਇਹ ਘੋੜੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਕੋਲ ਭੇਜ ਦੇਣੀ। ਨਹਿ ਅਪਰ ਚੜਨ ਦੇ ਤੇਜੀ, ਕਿਉਂਕਿ ਇਹ ਤੇਜ਼ ਬੜੀ ਹੈ, ਕਿਸੇ ਨੂੰ ਹੋਰ ਨੂੰ ਇਹਨੇ ਆਪਣੇ ਉੱਤੇ ਅਸਵਾਰ ਨਹੀਂ ਹੋਣ ਦੇਣਾ। ਵੇਖ ਆਪਣੇ ਟਿਗ ਰੱਖ ਲੀਨੀ, ਤੇ ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਉਸ ਘੋੜੀ ਨੂੰ ਆਪਣੇ ਕੋਲ ਰੱਖ ਲਿਆ। ਤੇ ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਫਿਰ ਉਸ ਘੋੜੀ ਦੇ ਉੱਤੇ ਅਸਵਾਰ ਹੁੰਦੇ ਰਹੇ। ਤੇ ਇਤਿਹਾਸ ਇਹ ਦੱਸਦਾ ਹੈ ਕਿ ਜਦੋਂ ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਗੁਰਤਾ ਗੱਦੀ ਤੇ ਬਿਰਾਜਮਾਨ ਹੁੰਦੇ ਨੇ, ਤੇ ਉਸ ਸਮੇਂ ਸਤਿਗੁਰੂ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦੇ ਪੁੱਤਰ ਭਾਈ ਦਾਤੂ ਜੀ ਈਰਖਾ ਵਿੱਚ ਆ ਕਰਕੇ, ਮਨਮੁਖਾਂ ਦੀ ਚੁੱਕ ਦੇ ਵਿੱਚ ਆ ਕਰਕੇ ਗੁਰੂ ਦਾ ਨਰਾਦਰ ਕਰਦੇ ਨੇ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੂੰ ਤਖਤ ਤੇ ਬੈਠੇ ਹੋਏ ਨੂੰ ਜਾ ਕੇ ਲੱਤ ਮਾਰਦੇ ਨੇ, ਸਤਿਗੁਰੂ ਜੀ ਥੱਲੇ ਡਿੱਗ ਪੈਂਦੇ ਨੇ। ਤੇ ਉੱਠ ਕੇ ਭਾਈ ਦਾਤੂ, ਬਾਬਾ ਦਾਤੂ ਜੀ ਦੇ ਚਰਨ ਫੜ ਲੈਂਦੇ ਨੇ ਕਿ ਤੁਸੀਂ ਗੁਰੂ ਕੇ ਸਾਹਿਬਜ਼ਾਦੇ ਹੋ, ਮੇਰਾ ਇੱਕ ਤਾਂ ਸਰੀਰ ਬਜ਼ੁਰਗ ਹੈ, ਇੱਕ ਮੇਰੀ ਸੇਵਾ ਕਰਕੇ ਹੱਡ ਬੜੇ ਕੈੜੇ ਹੋਏ ਨੇ, ਤੁਹਾਡੇ ਕੋਮਲ ਚਰਨਾਂ ਤੇ ਕਿਤੇ ਸੱਟ ਤਾਂ ਨਹੀਂ ਵੱਜ ਗਈ। ਸੋ ਇਸ ਤਰ੍ਹਾਂ ਕਰਕੇ ਉੱਥੋਂ ਚੁੱਪਚਾਪ ਉੱਠੇ ਤੇ ਸਤਿਗੁਰੂ ਪਾਤਸ਼ਾਹ ਜੀ ਆਪਣੇ ਨਗਰ ਬਾਸਰ ਕੇ ਬਾਹਰ ਇੱਕ ਗਾਵਾਂ ਵਾਲੇ ਦਾ ਕੋਠਾ ਸੀ, ਉੱਥੇ ਜਾ ਕਰਕੇ ਦਰਵਾਜ਼ੇ ਤੇ ਲਿਖ ਕੇ ਲਾ ਦਿੱਤਾ ਕਿ ਇਸ ਕੋਠੇ ਦਾ ਦਰਵਾਜ਼ਾ ਜੋ ਖੋਲ੍ਹੇਗਾ ਉਹ ਆਪਣਾ ਲੋਕ ਪਰਲੋਕ ਗਵਾ ਲਵੇਗਾ। ਤੇ ਸਤਿਗੁਰੂ ਪਾਤਸ਼ਾਹ ਉਸ ਕੋਠੇ ਦੇ ਵਿੱਚ ਬੈਠ ਗਏ। ਪਿੱਛੇ ਗੋਇੰਦਵਾਲ ਸਾਹਿਬ ਸੰਗਤਾਂ ਨੂੰ ਦਰਸ਼ਨਾ ਹੋਏ ਤਾਂ ਸੰਗਤਾਂ ਬੜੀਆਂ ਬਹਿਬਲ ਹੋਈਆਂ। ਤਾਂ ਬਾਬਾ ਬੁੱਢਾ ਸਾਹਿਬ ਜੀ ਦੇ ਕੋਲ ਸੰਗਤਾਂ ਨੇ ਬੇਨਤੀ ਕੀਤੀ ਕਿ ਤੁਹਾਨੂੰ ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਬਚਨ ਨੇ ਕਿ ਬੁੱਢਾ ਤੇਰੇ ਤੋਂ ਓਹਲਾ ਨਾ ਹੋਸਾਂ, ਤੇ ਤੁਹਾਨੂੰ ਪਤਾ ਹੈ ਕਿ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਤੀਸਰੀ ਜੋਤ ਹੁਣ ਕਿੱਥੇ ਹੈ, ਤੁਸੀਂ ਪ੍ਰਗਟ ਕਰੋ। ਪਰ ਬਾਬਾ ਬੁੱਢਾ ਸਾਹਿਬ ਨੇ ਆਪਣੇ ਅੰਤਰ ਧਿਆਨ ਨੂੰ, ਆਪਣੀ ਉਸ ਆਤਮਿਕ ਸ਼ਕਤੀ ਨੂੰ ਛਪਾਉਂਦਿਆਂ ਹੋਇਆਂ ਗੁਰੂ ਚਰਨਾਂ 'ਚ ਅਰਦਾਸ ਕੀਤੀ ਤੇ ਸੰਗਤ ਨੂੰ ਆਖਿਆ ਕਿ ਜਿਹੜੀ ਸਤਿਗੁਰੂ ਜੀ ਦੀ ਘੋੜੀ ਆ ਉਹ ਛੱਡ ਦਿਓ। ਤੇ ਆਪ ਸੰਗਤਾਂ ਸਮੇਤ ਬਾਬਾ ਬੁੱਢਾ ਜੀ ਉਸ ਘੋੜੀ ਦੇ ਪਿੱਛੇ ਜਾਪ ਕਰਦੇ ਤੁਰੇ, ਤੇ ਉਹ ਘੋੜੀ ਜਾ ਕਰਕੇ ਉੱਥੇ ਖਲੋਤੀ ਜਿੱਥੇ ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਅੰਦਰ ਸਨ। ਪਰ ਵੇਖਿਆ ਕਿ ਬਾਹਰ ਦਰਵਾਜ਼ੇ ਉੱਤੇ ਲਿਖਿਆ ਹੋਇਆ ਹੈ, ਤੇ ਬਾਬਾ ਬੁੱਢਾ ਸਾਹਿਬ ਜੀ ਨੇ ਫਿਰ ਉਹ ਦਰਵਾਜ਼ਾ ਨਹੀਂ ਖੋਲ੍ਹਿਆ, ਪਿਛਲੇ ਪਾਸੋਂ ਜਾ ਕੇ ਪਾੜ ਲਾ ਕਰਕੇ ਫਿਰ ਸਤਿਗੁਰੂ ਜੀ ਦੇ ਚਰਨਾਂ ਤੇ ਜਾ ਕੇ ਨਮਸਕਾਰ ਕੀਤੀ ਤੇ ਬੇਨਤੀ ਕੀਤੀ। ਇਹ ਉਹੋ ਹੀ ਘੋੜੀ ਸੀ ਜਿਹੜੀ ਭਾਈ ਪਾਰੋ ਜੀ ਸਤਿਗੁਰੂ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੂੰ ਸਪੁਰਦ ਕਰਕੇ ਗਏ ਸੀ, ਸਤਿਗੁਰੂ ਪਾਤਸ਼ਾਹ ਜੀ ਨੂੰ ਭੇਟਾ ਕੀਤੀ ਸੀ। ਸੋ ਗੁਰੂ ਕੇ ਸਿੱਖ ਆਖਦੇ ਨੇ ਕਿ ਇਹ ਘੋੜੀ ਜਿਹੜੀ ਬੜੀ ਚੱਪਲ ਹੈ, ਬੜੀ ਚੰਚਲ ਤੇਜ਼ ਦੌੜਨ ਵਾਲੀ ਹੈ, ਸਤਿਗੁਰੂ ਜੀ ਨੇ ਬੇਨਤੀ ਮੰਨ ਕੇ ਉਹਨੂੰ ਆਪਣੇ ਕੋਲ ਰੱਖ ਲਿਆ ਹੈ। ਗੁਰ ਰਾਮਦਾਸ ਕੋ ਦੀਨੀ, ਜਿਹੜੇ ਆਖਦੇ ਬਾਅਦ ਦੇ ਵਿੱਚ ਜਦੋਂ ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਆਗਿਆ ਦੇ ਨਾਲ ਭਾਈ ਜੇਠਾ ਜੀ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ
ਚੱਕ ਰਾਮਦਾਸ ਨਗਰ ਵਸਾਉਣ ਵਾਸਤੇ ਗਏ ਨੇ ਤਾਂ ਉਹ ਘੋੜੀ ਉਹਨਾਂ ਨੂੰ ਦਿੱਤੀ ਕਿ ਇਹਦੇ ਤੇ ਸਵਾਰ ਹੋ ਕਰਕੇ ਜਾਵੋ। ਸ੍ਰੀ ਅੰਮ੍ਰਿਤਸਰ ਕੇ ਥਾਨਾ, ਤੇ ਉਹਦੇ ਉੱਤੇ ਸਵਾਰ ਹੋ ਕਰਕੇ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਵਾਲੇ ਥਾਂ ਤੇ ਪਹੁੰਚੇ ਸਨ। ਇਸ ਚੜ ਕੇ ਕੀਨ ਸਪਿਆਨਾ, ਉਥੇ ਉਸ ਘੋੜੇ ਦੇ ਉੱਤੇ ਚੜ ਕੇ ਹੀ ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਗੁਰੂ ਆਗਿਆ ਦੇ ਨਾਲ ਚੱਕ ਰਾਮਦਾਸ ਨਗਰ ਵਸਾਉਣ ਵਾਸਤੇ, ਅੰਮ੍ਰਿਤਸਰ ਸਾਹਿਬ ਨਗਰ ਵਸਾਉਣ ਵਾਸਤੇ ਉਸ ਘੋੜੀ ਉੱਤੇ ਚੜ ਕੇ ਹੀ ਜਾਣਾ ਕੀਤਾ ਸੀ। ਦੋਹਰਾ ਸੋ ਭਾਈ ਪਾਰੋ ਪਇਓ ਵੱਡੋ ਨਰਾਇਣ ਦਾਸ। ਤੇ ਸੰਗਤ ਉਹ ਗੁਰੂ ਕੇ ਸਿੱਖ, ਉਹ ਡੱਲੇ ਵਾਸੀ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕਰਦੇ ਨੇ ਕਿ ਸੱਚੇ ਪਾਤਸ਼ਾਹ ਇਹ ਭਾਈ ਨਰਾਇਣ ਦਾਸ ਹੈ ਜਿਹੜਾ, ਜਿਹਦੀ ਪੁੱਤਰੀ ਤੁਹਾਡੇ ਸੁਪੁੱਤਰ ਹਰਗੋਬਿੰਦ ਜੀ ਨੂੰ ਵਿਆਹੀ ਗਈ ਹੈ, ਆਨੰਦ ਕਾਰਜ ਹੋਏ ਨੇ। ਇਹ ਨਰਾਇਣ ਦਾਸ ਦਾ ਉਹ ਭਾਈ ਪਾਰੋ ਵੱਡਾ ਸੀ, ਭਾਵ ਕਿ ਉਹਦੀ ਵੰਸ਼ ਦੇ ਵਿੱਚੋਂ ਇਹ ਭਾਈ ਨਰਾਇਣ ਦਾਸ ਹੈ। ਜਿਸ ਕੀ ਤਨੁਜਾ ਨਿਜ ਤਨੁਜ ਵਿਆਹੀ ਧਰੇ ਹੋ ਲਾਸ, ਜਿਹਦੀ ਧੀ ਤੁਹਾਡੇ ਤਨੁਜ ਭਾਵ ਕੇ ਪੁੱਤਰ ਨੂੰ ਵਿਆਹੀ ਗਈ ਹੈ, ਇਹ ਉਹ ਭਾਈ ਪਾਰੋ ਪਰਮਹੰਸ ਦੀ ਕੁਲ ਦੇ ਵਿੱਚੋਂ ਹਨ। ਹਾਕਲ ਛੰਦ ਅਬ ਸਭ ਸਿੱਖਨ ਕੀ ਬੇਨਤੀ, ਤੇ ਉਹ ਸਿੱਖ ਹੱਥ ਜੋੜ ਕੇ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕਰਦੇ ਨੇ ਕਿ ਹੁਣ ਸਾਡੀ ਸਾਰੇ ਗੁਰਸਿੱਖਾਂ ਦੀ ਬੇਨਤੀ ਹੈ। ਜਿਮ ਆਏ ਮਿਲ ਕਰ ਗਿਣਤੀ, ਜਿਵੇਂ ਸਾਰੇ ਮਿਲ ਕਰਕੇ ਵਿਚਾਰ ਕਰਨ ਵਾਸਤੇ ਆਏ ਹਨ। ਸੋ ਸੁਣੀਐ ਕਰ ਨਿਰਧਾਰਾ, ਸੱਚੇ ਪਾਤਸ਼ਾਹ ਜੀ ਜਿਸ ਮਨੋਰਥ ਵਾਸਤੇ ਅਸੀਂ ਸਾਰੇ ਇਕੱਠੇ ਹੋ ਕੇ ਆਏ ਹਾਂ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਕਰਨ ਵਾਸਤੇ, ਸਾਡੀ ਉਸ ਬੇਨਤੀ ਨੂੰ ਸੱਚੇ ਪਾਤਸ਼ਾਹ ਜੀ ਸਰਵਣ ਕਰੋ। ਇਤ ਆਵਨ ਭਇਓ ਤੁਮਾਰਾ, ਸੱਚੇ ਪਾਤਸ਼ਾਹ ਜੀ ਇਹ ਸਾਡਾ ਸੁਭਾਗ ਹੈ, ਇਹ ਸਾਡੇ ਵੱਡੇ ਭਾਗ ਨੇ ਕਿ ਸਾਡੇ ਨਗਰ ਦੇ ਵਿੱਚ ਤੁਹਾਡੇ ਮੁਬਾਰਕ ਚਰਨ ਪਏ ਨੇ, ਤੁਹਾਡਾ ਇੱਥੇ ਸਬੱਬ ਦੇ ਨਾਲ ਆਉਣਾ ਹੋਇਆ ਹੈ। ਕੁਛ ਕੀਜੈ ਚਿੰਨ ਇਥਾਈ, ਸੱਚੇ ਪਾਤਸ਼ਾਹ ਜੀ ਸਾਨੂੰ ਕੋਈ ਆਪਣੇ ਇੱਥੇ ਆਉਣ ਦੀ, ਆਪਣੇ ਇੱਥੇ ਮੁਬਾਰਕ ਚਰਨ ਪਾਉਣ ਦੀ ਕੋਈ ਮੁਬਾਰਕ ਨਿਸ਼ਾਨੀ ਬਖਸ਼ਿਸ਼ ਕਰਕੇ ਜਾਓ ਕਿ ਤੁਹਾਨੂੰ ਅਸੀਂ ਚੇਤੇ ਕਰਦੇ ਰਹੀਏ, ਸਾਡੀਆਂ ਵੰਸ਼ ਸਾਡੀਆਂ ਕੁੱਲਾਂ ਅੱਗੇ ਚੇਤੇ ਕਰਦੀਆਂ ਰਹਿਣ ਕਿ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਸਾਡੇ ਨਗਰ ਦੇ ਵਿੱਚ ਆਪਣੇ ਸੁਪੁੱਤਰ ਨੂੰ ਵਿਆਹੁਣ ਵਾਸਤੇ ਆਏ ਸੀ। ਇਹੋ ਜੀ ਸਾਨੂੰ ਕੋਈ ਨਿਸ਼ਾਨੀ ਬਖਸ਼ਿਸ਼ ਕਰਕੇ ਜਾਵੋ। ਸਿੱਖ ਹੀਰੈ ਸੀਸ ਨਿਵਾਈ, ਜਿਹੜੇ ਤੁਹਾਡੇ ਪਾਵਨ ਅਸਥਾਨ ਨੂੰ ਗੁਰੂ ਕੇ ਸਿੱਖ ਆਉਣ ਵਾਲੇ ਸਮੇਂ ਵਿੱਚ ਵੇਖਣ, ਦਰਸ਼ਨ ਕਰਨ ਤੇ ਆਪਣਾ ਸੀਸ ਝੁਕਾਉਣ। ਸ਼੍ਰੀ ਅਰਜਨ ਸੁਨਤ ਪ੍ਰਸੰਨੇ, ਸੋ ਇਹ ਬੇਨਤੀ ਉਹਨਾਂ ਗੁਰਸਿੱਖ ਪਿਆਰਿਆਂ ਦੀ ਸੁਣ ਕਰਕੇ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਬੜੇ ਹੀ ਪ੍ਰਸੰਨ ਹੋਏ ਹਨ। ਗੁਰ ਸਿੱਖਨ ਮਹਿਮਾ ਧੰਨੇ, ਤੇ ਗੁਰੂ ਦੇ ਸਿੱਖਾਂ ਦੀ ਮਹਿਮਾ ਜਿਹੜੀ ਹੈ ਉਹ ਬੜੀ ਧਨ ਹੈ। ਸਤਿਗੁਰੂ ਜੀ ਆਖਣ ਲੱਗੇ ਨਿਤ ਚਾਹਤ ਪਰਉਪਕਾਰਾ, ਕਿਉਂਕਿ ਜਿਹੜੇ ਗੁਰੂ ਦੇ ਸਿੱਖ ਨੇ ਉਹ ਸਦਾ ਹੀ ਪਰ ਉਪਕਾਰੀ ਸੁਭਾਅ ਦੇ ਹੁੰਦੇ ਨੇ। ਉਹ ਸਦਾ ਹੀ ਚਾਹੁੰਦੇ ਨੇ ਕਿ ਜਗਤ ਦਾ ਭਲਾ ਹੋਵੇ, ਸੰਸਾਰ ਦਾ ਭਲਾ ਹੋਵੇ। ਹਮ ਬਚਨ ਮਾਨਿਵੋ ਧਾਰਾ, ਸਤਿਗੁਰੂ ਜੀ ਆਖਣ ਲੱਗੇ ਹਾਂ ਭਾਈ ਅਸੀਂ ਤੁਹਾਡਾ ਬਚਨ ਮੰਨਦੇ ਹਾਂ। ਜਬ ਜਾਮ ਰਹਿ ਦਿਨ ਆਈ, ਤੇ ਜਦੋਂ ਇਸ ਤਰ੍ਹਾਂ ਜਾਮ ਆਖਦੇ ਨੇ ਪਹਿਰ ਨੂੰ, ਜਦੋਂ ਇੱਕ ਪਹਿਰ ਦਿਨ ਜਿਹੜਾ ਸੀ ਉਹ ਬਾਕੀ ਰਹਿ ਗਿਆ, ਤਬ ਕਰੈ ਜੇ ਤੁਮੋ ਅਲਾਈ, ਉਦੋਂ ਜਦੋਂ ਇੱਕ ਪਹਿਰ ਦਿਨ ਬਾਕੀ ਰਹਿ ਜਾਵੇਗਾ ਫਿਰ ਜਿਹੜੀ ਤੁਸੀਂ ਬੇਨਤੀ ਕੀਤੀ ਹੈ
ਉਹ ਤੁਹਾਡੀ ਬੇਨਤੀ ਨੂੰ ਅਸੀਂ ਪ੍ਰਵਾਨ ਕਰਕੇ ਤੁਹਾਨੂੰ ਉਹ ਦਾਤ ਜੋ ਤੁਸੀਂ ਮੰਗ ਰਹੇ ਹੋ ਦੇਵਾਂਗੇ। ਇੱਕ ਪਹਿਰ ਜਦੋਂ ਦਿਨ ਬਾਕੀ ਰਹਿ ਗਿਆ ਫਿਰ ਇਹ ਕਾਰਜ ਕਰਾਂਗੇ। ਇਮ ਕਹਿਓ ਗੁਰੂ ਅਰ ਸੰਗਤ, ਸੋ ਇਸ ਤਰ੍ਹਾਂ ਸਤਿਗੁਰੂ ਜੀ ਨੇ ਗੁਰੂ ਕੀ ਸੰਗਤ ਨੂੰ ਆਖਿਆ ਹੈ। ਜਹ ਨਰਨ ਹਜ਼ਾਰੋਂ ਪੰਗਤ, ਜਿੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗਤ ਇਕੱਠੀ ਹੋਈ ਹੈ। ਸਿੱਖ ਗਮਨੇ ਨਮੋ ਕਰੰਤੇ, ਸੋ ਇਸ ਤਰ੍ਹਾਂ ਸਤਿਗੁਰੂ ਜੀ ਦੇ ਬਚਨ ਸੁਣ ਕੇ ਗੁਰੂ ਕੇ ਸਿੱਖ ਗੁਰੂ ਚਰਨਾਂ ਤੇ ਨਮਸਕਾਰ ਕਰਕੇ ਮੱਥਾ ਟੇਕ ਕਰਕੇ ਵਾਪਸ ਮੁੜ ਗਏ ਹਨ। ਸ਼ਰਦਾਉਰ ਭਾਉ ਤਰੰਤੇ, ਤੇ ਸਤਿਗੁਰੂ ਜੀ ਦੇ ਪਾਵਨ ਚਰਨਾਂ ਦੇ ਸ਼ਰਧਾ ਪ੍ਰੇਮ ਤੇ ਭਾਵਨਾ ਗੁਰੂ ਕੇ ਸਿੱਖ ਧਾਰਨ ਕਰਦੇ ਹਨ। ਗਨ ਮੰਗਤ ਜਨ ਤਬ ਆਈ, ਸੋ ਅੱਜ ਵਿਆਹ ਦਾ ਸਮਾਂ ਹੈ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਆਨੰਦ ਕਾਰਜ ਹੋਏ ਨੇ। ਬੜਾ ਖੁਸ਼ੀ ਦਾ ਸਮਾਂ ਹੈ, ਸੰਗਤਾਂ ਵਿੱਚ ਬੜਾ ਉਤਸ਼ਾਹ ਹੈ, ਬੜੀਆਂ ਰੌਣਕਾਂ ਨੇ, ਮੰਗਲਾਚਾਰ ਹੈ। ਸੋ ਇਸ ਖੁਸ਼ੀ ਦੇ ਸਮੇਂ ਦੇ ਉੱਤੇ ਬਹੁਤ ਸਾਰੇ ਲੋੜਵੰਦ ਜੋ ਮੰਗਤੇ ਨੇ ਉਹ ਆ ਹਾਜ਼ਰ ਹੋਏ ਹਨ। ਬਹੁ ਗ੍ਰਾਮਨ ਭੇਕ ਥਾਈ, ਬਹੁਤ ਪਿੰਡਾਂ ਤੋਂ, ਬਹੁ ਗ੍ਰਾਮਨ, ਬਹੁਤ ਗ੍ਰਾਮ ਪਿੰਡਾਂ ਤੋਂ ਇਕੱਠੇ ਹੋ ਕਰਕੇ ਇੱਕ ਥਾਂ ਤੇ ਇਹ ਆਏ ਨੇ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ। ਤਿਸ ਕਾਲ ਵਿਖੇ ਜਸ ਜਾਚੇ, ਤੇ ਉਸ ਸਮੇਂ ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ ਜਸ ਗੁਰੂ ਦੀ ਵਡਿਆਈ ਕਰਦੇ ਹੋਏ ਗੁਰੂ ਤੋਂ ਦਾਤਾਂ ਮੰਗਦੇ ਹਨ। ਤਸ ਦੇਤ ਤੁਰਤ ਗੁਰ ਸਾਚੇ, ਤੇ ਸੱਚੇ ਪਾਤਸ਼ਾਹ ਸਭ ਦੀਆਂ ਝੋਲੀਆਂ ਭਰਨ ਵਾਲੇ, ਸਭ ਦੀਆਂ ਮੁਰਾਦਾਂ ਪੂਰੀਆਂ ਕਰਨ ਵਾਲੇ, ਉਹਨਾਂ ਦੀਆਂ ਮਨ ਦੀਆਂ ਭਾਵਨਾ ਨੂੰ ਜਥਾਯੋਗ ਪੂਰੀਆਂ ਕਰਦੇ ਹਨ। ਗਨ ਢਾਡੀ ਭਾਟ ਕਲਾਵਤ, ਬਹੁਤ ਸਾਰੇ ਢਾਡੀ ਗੁਰੂ ਦਾ ਜਸ ਕਰਨ ਵਾਲੇ, ਭਾਟ ਕਲਾਵਤ ਆਦਿਕ ਜੋ ਗੁਰੂ ਕੀ ਵਡਿਆਈ ਕਰਨ ਵਾਲੇ ਹਨ। ਬਹੁ ਡੂਮ ਵਿਪਰ ਧਨ ਪਾਵਤ, ਇਹਨਾਂ ਨੂੰ ਵੀ ਸਤਿਗੁਰੂ ਜੀ ਦੀਆਂ ਬਖਸ਼ਿਸ਼ਾਂ ਪ੍ਰਾਪਤ ਹੋ ਰਹੀਆਂ ਨੇ। ਬਹੁਤ ਸਾਰੇ ਡੂਮ, ਮਰਾਸੀ ਆਦਿਕ ਬ੍ਰਾਹਮਣ, ਇਹਨਾਂ ਨੂੰ ਵੀ ਗੁਰੂ ਤੋਂ ਬਖਸ਼ਿਸ਼ਾਂ ਪ੍ਰਾਪਤ ਹੋ ਰਹੀਆਂ ਨੇ, ਧਨ ਪ੍ਰਾਪਤ ਹੋ ਰਿਹਾ ਹੈ। ਹੋਏ ਹਰਖਤ ਦੇਤ ਅਸੀਸਾ, ਤੇ ਇਹ ਸਾਰੇ ਹੀ ਖੁਸ਼ ਹੋ ਕੇ, ਹਰਖਤ ਤੋਂ ਭਾਵ ਖੁਸ਼ ਹੋ ਕੇ ਸਤਿਗੁਰੂ ਪਾਤਸ਼ਾਹ ਜੀ ਨੂੰ ਅਸੀਸਾਂ ਦੇ ਰਹੇ ਹਨ। ਗੁਰ ਨੰਦ ਜਿਵੋ ਜੁਗ ਬੀਸਾ, ਕੀ ਆਖਦੇ ਨੇ ਕਿ ਹੇ ਗੁਰੂ ਕੇ ਪੁੱਤਰ, ਜੁਗ ਬੀਸਾ, 20 ਯੁੱਗਾਂ ਤੱਕ ਤੁਹਾਡੀ ਉਮਰ ਹੋਵੇ, ਭਾਵ ਕਿ ਤੁਹਾਡੀ ਉਮਰ ਲੰਬੇਰੀ ਹੋਵੇ। ਕਿਉਂਕਿ ਜਦੋਂ ਕਿਸੇ ਅਸੀਂ ਗਰੀਬ ਨੂੰ ਉਹਦੀ ਸਹਾਇਤਾ ਕਰਦੇ ਆ, ਉਹਦੀ ਮਦਦ ਕਰਦੇ ਆ, ਤੇ ਸੰਗਤ ਜੀ ਉਹ ਗਰੀਬ ਬੜੀ ਵੱਡੀ ਅਸੀਸ ਦਿੰਦਾ ਹੈ। ਉਹ ਅਸੀਸ ਜਿਹੜੀ ਹੈ ਉਹ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਜੀ ਦੇ ਦਰ ਤੇ ਪ੍ਰਵਾਨ ਹੁੰਦੀ ਹੈ, ਬਸ਼ਰਤੇ ਕਿ ਉਹ ਲੋੜਵੰਦ ਹੋਵੇ। ਅੱਜ ਜਿਹੜੇ ਮੰਗਤਿਆਂ ਦੀ ਵੀ ਪਛਾਣ ਕਰਨੀ ਜਿਹੜੀ ਉਹ ਔਖੀ ਹੈ ਕਿ ਉਹ ਲੋੜਵੰਦ ਹੈ ਵੀ ਕਿ ਨਹੀਂ, ਕਿ ਉਹਦਾ ਉਹ ਕਿਰਤ ਬਣੀ ਹੋਈ ਹੈ ਮੰਗਣਾ। ਕਿਉਂਕਿ ਅੱਜ ਬਹੁਤ ਸਾਰੇ ਲੋਕਾਂ ਦੀ ਜਿਹੜੀ ਉਹ ਮੰਗਣਾ ਕਿਰਤ ਬਣ ਗਈ ਹੋਈ ਹੈ, ਉਹ ਆਪਣੀ ਇਹ ਕਿਰਤ ਸਮਝਦੇ ਨੇ। ਅੱਜ ਸਾਨੂੰ ਪਛਾਣ ਨਹੀਂ ਆਉਂਦੀ ਕਿ ਇਹ ਜੋ ਮੰਗ ਰਿਹਾ ਇਹ ਲੋੜਵੰਦ ਹੈ ਵੀ ਕਿ ਨਹੀਂ। ਲੋੜਵੰਦ ਦੀ ਸਹਾਇਤਾ ਕਰਨੀ, ਤੇ ਜਿਹੜਾ ਲੋੜਵੰਦ ਦੀ ਸਹਾਇਤਾ ਕਰਦਾ ਤੇ ਉਹ ਆਪਣੀ ਲੋੜ ਪੂਰੀ ਕਰਕੇ ਤੇ ਉਹ ਸਹਾਇਤਾ ਕਰਨ ਵਾਲੇ ਨੂੰ ਦਿਲੋਂ ਅਸੀਸ ਦਿੰਦਾ ਹੈ। ਅਸੀਸਾਂ ਤਾਂ ਉਹ ਵੀ ਦੇ ਕੇ ਜਾਂਦੇ ਨੇ ਜਿਨ੍ਹਾਂ ਦੀ ਕਿਰਤ ਹੈ, ਉਹ ਕਿਰਤ ਕਰਕੇ ਮੰਗਦੇ ਨੇ ਤੇ ਉਹ ਅਸੀਸਾਂ ਤਾਂ ਉਹ ਵੀ ਦਿੰਦੇ ਨੇ। ਪਰ ਉਹ ਗਰੀਬ ਜਿਹੜਾ ਅਸਲੋਂ ਹੀ ਲੋੜਵੰਦ ਹੈ, ਜਦੋਂ ਉਹਦੀ ਸਹਾਇਤਾ ਹੁੰਦੀ ਹੈ ਨਾ, ਉਹ ਦਿਲੋਂ ਅਸੀਸ ਜਾ ਕੇ ਦਿੰਦਾ ਹੈ ਤੇ ਉਹ ਅਸੀਸ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਦੀ ਅਸੀਸ ਬਣ ਜਾਂਦੀ ਹੈ। ਸੋ ਇਸ ਤਰ੍ਹਾਂ ਉਹ ਲੋੜਵੰਦ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਤੋਂ ਬਖਸ਼ਿਸ਼ਾਂ ਲੈ ਕੇ ਤੇ ਹਰਗੋਬਿੰਦ ਸਾਹਿਬ ਜੀ ਨੂੰ ਅਸੀਸਾਂ ਦਿੰਦੇ ਨੇ ਕਿ ਤੁਹਾਡੀ ਉਮਰ ਲੰਮੀ ਹੋਵੇ। ਗਨ ਰੰਕਨ ਕੋ ਧਨ ਦੀਨਾ, ਰੰਕਣ ਆਖਦੇ ਨੇ ਗਰੀਬ, ਅਸਲ ਵਿੱਚ ਜੋ ਲੋੜਵੰਦ ਨੇ ਉਹਨਾਂ ਨੂੰ ਸਤਿਗੁਰੂ ਜੀ ਨੇ ਇਸ ਖੁਸ਼ੀ ਦੇ ਸਮੇਂ ਦੇ ਵਿੱਚ ਬਹੁਤ ਸਹਾਇਤਾ ਕੀਤੀ ਹੈ, ਧਨ ਦਿੱਤਾ ਹੈ। ਜਸ ਕਰਤ ਜਾਤ ਸਭ ਲੀਨਾ, ਸਾਰੇ ਹੀ ਗੁਰੂ ਤੋਂ ਬਖਸ਼ਿਸ਼ਾਂ ਲੈ ਕੇ ਗੁਰੂ ਦਾ ਜਸ ਕਰਦੇ ਹੋਏ,
ਗੁਰੂ ਦੀ ਸਿਫਤ ਵਡਿਆਈ ਕਰਦੇ ਹੋਏ ਜਾਂਦੇ ਹਨ। ਹਿਮ ਦੇਤ ਢਰਿਓ ਦਿਨ ਜਾਏ। ਸੋ ਇਸ ਤਰ੍ਹਾਂ ਉਹਨਾਂ ਉੱਤੇ ਬਖਸ਼ਿਸ਼ਾਂ ਕਰਦੇ ਦਿਨ ਢਲ ਗਿਆ। ਜੋ ਸਤਿਗੁਰੂ ਜੀ ਨੇ ਉਹਨਾਂ ਸਿੱਖਾਂ ਨੂੰ ਵਚਨ ਆਖਿਆ ਸੀ, ਉਹ ਕਾਰਜ ਕਰਨ ਦਾ ਸਮਾਂ ਆ ਗਿਆ, ਹੁਣ ਦਿਨ ਢਲ ਗਿਆ ਹੈ। ਹਿਤ ਅਸਨ ਹਕਾਰਨ ਆਏ। ਤੇ ਉਸ ਸਮੇਂ ਫਿਰ ਭੋਜਨ ਛਕਣ ਵਾਸਤੇ ਜਿਹੜਾ ਸੀ ਬਰਾਤ ਨੂੰ ਬੁਲਾਵਾ ਆ ਗਿਆ। ਭੋਜਨ ਛਕਣ ਵਾਸਤੇ ਬੁਲਾਵਾ ਆ ਗਿਆ ਹੈ। ਕਰ ਦੁੱਲੋ ਸਵਿਨ ਅਗਾਰੀ। ਤੇ ਉਸ ਸਮੇਂ ਫਿਰ ਸਾਰੀ ਬਰਾਤ ਦੁੱਲੇ ਨੂੰ ਅੱਗੇ ਕਰਕੇ, ਭਾਵ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਸਾਰੀ ਬਰਾਤ ਤੋਂ ਅੱਗੇ ਕਰਕੇ ਪੁਨ ਚੱਲੀ ਬਰਾਤ ਪਿਛਾਰੀ। ਸਾਰੀ ਬਰਾਤ ਜਿਹੜੀ ਹੈ ਉਹ ਉਹਨਾਂ ਦੇ ਪਿੱਛੇ ਪਿੱਛੇ ਚੱਲ ਪਈ ਹੈ। ਘਰ ਗਏ ਨਰਾਇਣ ਦਾਸੇ। ਭਾਈ ਨਾਰਾਇਣ ਦਾਸ ਜੀ ਦੇ ਘਰ ਸਾਰੀ ਬਰਾਤ ਜਿਹੜੀ ਹੈ ਉਹ ਪਹੁੰਚੀ ਹੈ ਭੋਜਨ ਛਕਣ ਵਾਸਤੇ। ਵੱਡ ਧੂਮ ਧਾਮ ਚੋਂ ਪਾਸੇ। ਤੇ ਬੜੇ ਚਾਰੇ ਪਾਸੇ ਬੜੀ ਧੂਮ ਧਾਮ ਹੈ, ਬੜੀਆਂ ਰੌਣਕਾਂ ਨੇ, ਬਰਾਤ ਆਈ ਹੋਈ ਹੈ। ਕੁਛ ਭਾਵਨਾ ਵਾਲੇ ਗੁਰਸਿੱਖ ਕਿ ਸਤਿਗੁਰੂ ਜੀ ਆਏ ਨੇ, ਉੱਥੇ ਦਰਸ਼ਨ ਕਰਨ ਵਾਸਤੇ ਆਏ ਹੋਏ ਨੇ। ਕੁਛ ਭਾਈ ਨਾਰਾਇਣ ਦਾਸ ਦੇ ਰਿਸ਼ਤੇਦਾਰ ਆਏ ਹੋਏ ਨੇ। ਸੋ ਇਸ ਤਰ੍ਹਾਂ ਬਹੁਤ ਖੁਸ਼ੀਆਂ ਦਾ ਜਿਹੜਾ ਮਾਹੌਲ ਹੈ, ਚਾਰੇ ਪਾਸੇ ਧੂਮ ਧਾਮ ਹੈ। ਹਰ ਗੋਬਿੰਦ ਰੂਪ ਸੁਹੰਤਾ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਜੋ ਦੁੱਲੇ ਦੇ ਰੂਪ ਦੇ ਵਿੱਚ ਨੇ, ਜਿਨ੍ਹਾਂ ਦਾ ਜਿਹੜਾ ਸੁੰਦਰ ਸਰੂਪ ਹੈ, ਰੂਪ ਹੈ, ਉਹ ਬੜਾ ਹੀ ਸੋਭ ਰਿਹਾ ਹੈ। ਸਿਰ ਉਪਰ ਛਤਰ ਝੁਲੰਤਾ। ਜਿਨ੍ਹਾਂ ਦੇ ਸਿਰ ਦੇ ਉੱਤੇ ਛਤਰ ਝੁਲ ਰਿਹਾ ਹੈ। ਗੁਰ ਅਰਜਨ ਪਰ ਦੁਤਵਾਰੂ। ਤੇ ਉਧਰ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਵੀ ਨਾਲ ਨੇ। ਤੇ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸੀਸ ਉੱਤੇ ਬੜਾ ਦੁਤਵਾਰੂ, ਭਾਵ ਕਿ ਸੁੰਦਰ ਸਜਾਵਟ ਵਾਲਾ ਕਰ ਚਮਰ ਟੁਰਾਵਤ ਚਾਰੂ। ਗੁਰੂ ਕਾ ਸਿੱਖ ਚੌਰ ਬਰਦਾਰ ਆਪਣੇ ਹੱਥ ਵਿੱਚ ਚੌਰ ਲੈ ਕਰਕੇ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸੀਸ ਉੱਤੇ ਝੁਲਾ ਰਿਹਾ ਹੈ। ਸਭ ਬਸਨ ਵਿਭੂਖਨ ਆਛੇ। ਤੇ ਸਾਰੀ ਬਰਾਤ ਬੜੀ ਸਜੀ ਧਜੀ ਹੋਈ ਹੈ। ਸੋਹਣੇ ਸੋਹਣੇ ਬਸਤਰ, ਸੋਹਣੇ ਸੋਹਣੇ ਕੱਪੜੇ ਪਾਏ ਹੋਏ ਨੇ ਬਰਾਤੀਆਂ ਨੇ। ਸੋਹਣੇ ਸੋਹਣੇ ਗਹਿਣੇ ਆਦਿਕ ਪਾਏ ਹੋਏ ਨੇ, ਸਜਾਏ ਹੋਏ ਹਨ। ਨਰ ਸਭ ਬਰਾਤ ਮੈਂ ਕਾਛੇ। ਇਸ ਤਰ੍ਹਾਂ ਸਾਰੇ ਹੀ ਬਰਾਤੀ ਜੋ ਨੇ, ਜੋ ਮਨੁੱਖ ਬਰਾਤ ਵਿੱਚ ਆਏ ਨੇ, ਉਹ ਸਜ ਰਹੇ ਹਨ। ਅਬ ਮੰਦਰ ਅੰਦਰ ਗਮਨੇ। ਹੁਣ ਉਸ ਘਰ ਦੇ ਅੰਦਰ ਜਿੱਥੇ ਸਾਰੀ ਬਰਾਤ ਨੂੰ ਭੋਜਨ ਛਕਾਉਣ ਦਾ ਪ੍ਰਬੰਧ ਕੀਤਾ ਗਿਆ ਹੈ, ਸਾਰੇ ਉਸ ਮੰਦਰ, ਉਸ ਘਰ ਦੇ ਅੰਦਰ ਚਲੇ ਗਏ ਹਨ। ਘਰ ਪੰਕਤ ਬੈਠੇ ਰਵਨੇ। ਤੇ ਸਾਰੇ ਬਰਾਤੀ ਜਿਹੜੇ ਨੇ ਉਹ ਪੰਗਤ ਬਣਾ ਕੇ, ਸੰਗਤ ਜੀਓ, ਉਹਨਾਂ ਸਮਿਆਂ ਦੇ ਅੰਦਰ ਪੰਗਤ ਦੇ ਵਿੱਚ ਬੈਠ ਕਰਕੇ ਹੀ ਬਰਾਤੀ ਜਿਹੜੇ ਸੀ ਉਹ ਭੋਜਨ ਪ੍ਰਸ਼ਾਦ ਛਕਦੇ ਸੀ। ਤੇ ਜੋ ਆਨੰਦ ਸੰਗਤ ਜੀ ਉਹ ਪੰਗਤ ਦੇ ਵਿੱਚ ਬੈਠ ਕਰਕੇ ਧਰਤੀ ਦੇ ਉੱਤੇ ਚੌਂਕੜਾ ਲਾ ਕਰਕੇ, ਅੱਜ ਦਾ ਹੁਣ ਸਾਇੰਸ, ਮੈਡੀਕਲ ਸਾਇੰਸ ਵੀ ਇਹ ਆਖਦਾ ਹੈ ਕਿ ਜਿਹੜਾ ਭੋਜਨ ਛਕਣਾ ਭੂਮ ਆਸਨ ਹੋ ਕਰਕੇ ਧਰਤੀ ਤੇ ਬੈਠ ਕੇ ਜਾਂ ਆਪਣੇ ਬੈੱਡ ਤੇ ਬੈਠ ਕਰਕੇ ਚੌਂਕੜਾ ਲਾ ਕੇ ਜਿਹੜਾ ਭੋਜਨ ਛਕਿਆ ਜਾਂਦਾ ਨਾ, ਉਹ ਸਿਹਤ ਵਾਸਤੇ ਲਾਭਕਾਰੀ ਹੈ। ਤਾਂ ਇਸ ਕਰਕੇ ਅੱਜ ਕੱਲ੍ਹ ਤਾਂ ਰਿਵਾਜ ਹੀ ਐਸਾ ਹੋ ਗਿਆ ਕਿ ਖਾਣਾ ਵੀ ਖਲੋ ਕੇ ਤੇ ਪੀਣਾ ਵੀ ਖਲੋ ਕੇ, ਜਦੋਂ ਕਿ ਮੈਡੀਕਲ ਸਾਇੰਸ ਆਖਦੀ ਹੈ ਕਿ ਖਲੋ ਕਰਕੇ ਖਾਧਾ ਪੀਤਾ ਜਿਹੜਾ ਹੈ ਉਹ ਸਾਡੀ ਸਿਹਤ ਵਾਸਤੇ ਹਾਨੀਕਾਰਕ ਹੈ। ਉਹ ਸਾਡੇ ਸਰੀਰ ਦੇ ਅੰਦਰ ਤਾਕਤ ਦੇਣ ਦੀ ਥਾਂ ਤੇ ਬਿਮਾਰੀਆਂ ਪੈਦਾ ਕਰਦਾ ਹੈ। ਪਰ ਅੱਜ ਅਸੀਂ ਲੱਖਾਂ ਰੁਪਈਏ ਬਰਾਤਾਂ ਦੇ ਉੱਤੇ ਖਰਚ ਕਰਕੇ, ਵਿਆਹਾਂ ਦੇ ਉੱਤੇ ਖਰਚ ਕਰਕੇ ਤੇ ਆਪ ਆਪਣੇ ਮੁੱਲ ਬਿਮਾਰੀਆਂ ਜਿਹੜੀਆਂ ਨੇ ਆਪਣੇ ਵਾਸਤੇ ਸਹੇੜ ਰਹੇ ਆ। ਸੋ ਇਹ ਸਾਡਾ ਇਤਿਹਾਸ ਸਾਨੂੰ ਦੱਸਦਾ ਹੈ ਕਿ ਸਾਡਾ ਜਿਹੜਾ ਵਿਰਸਾ ਕੀ ਹੈ। ਵਿਆਹ ਸ਼ਾਦੀ ਗੁਰੂ ਕਾਲ ਦੇ ਸਮੇਂ ਵੀ ਗੁਰਸਿੱਖਾਂ ਦੇ ਹੁੰਦੇ, ਗੁਰੂ ਸਾਹਿਬ ਆਪ ਵਿਆਹ ਸ਼ਾਦੀਆਂ ਆਪਣੇ ਸਾਹਿਬਜ਼ਾਦਿਆਂ ਦੀਆਂ ਕਰਦੇ ਰਹੇ।
ਤੇ ਉਹ ਸਾਰਾ ਇਤਿਹਾਸ ਦੇ ਵਿੱਚੋਂ ਸਾਨੂੰ ਇਹੋ ਤਾਂ ਸਿੱਖਿਆ ਲੈਣੀ ਹੈ ਅਸੀਂ ਕਿ ਅੱਜ ਦਾ ਅਸੀਂ ਮਾਹੌਲ ਕੀ ਬਣਾ ਦਿੱਤਾ ਹੈ। ਖਾਣਾ ਵੀ ਖਲੋ ਕੇ ਤੇ ਪੀਣਾ ਵੀ ਖਲੋ ਕੇ, ਜਦੋਂ ਕਿ ਖਲੋ ਕਰਕੇ ਖਾਧਾ ਪੀਤਾ ਸਾਡੇ ਸਿਹਤ ਵਾਸਤੇ ਹਾਨੀਕਾਰਕ ਹੈ। ਤੇ ਡਾਕਟਰ ਵੀ ਇਹ ਆਖਦੇ ਨੇ ਕਿ ਪਾਣੀ ਵੀ ਬੈਠ ਕਰਕੇ ਪੀਓ ਤੇ ਭੋਜਨ ਵੀ ਬੈਠ ਕਰਕੇ ਚੌਂਕੜਾ ਲਾ ਕਰਕੇ ਖਾਓ, ਤੇ ਉਹ ਤੁਹਾਡੇ ਵਾਸਤੇ ਲਾਭਕਾਰੀ ਹੈ। ਸੋ ਇਸ ਤਰ੍ਹਾਂ ਇਹ ਸਾਡਾ ਵਿਰਸਾ ਹੈ, ਇਹ ਸਾਡਾ ਇਤਿਹਾਸ ਹੈ। ਸਾਰੀ ਇਸ ਬਰਾਤ ਜਿਹੜੀ ਹੈ ਪੰਗਤ ਵਿੱਚ ਸਜ ਕਰਕੇ ਬੈਠ ਗਈ ਹੈ। ਤਬ ਐ ਪਰੋਸਨ ਹਾਰੇ। ਜਦੋਂ ਸਾਰੀ ਪੰਗਤ ਬਰਾਤ ਦੀ ਸਜ ਗਈ ਤਾਂ ਫਿਰ ਪਰੋਸਣ ਵਾਲੇ, ਗੁਰੂ ਪਿਆਰੀ ਸੰਗਤ ਜੀ, ਉਸ ਸਮੇਂ ਜਿਹੜੇ ਪਰੋਸਣ ਵਾਲੇ ਹੁੰਦੇ ਸੀ ਨਾ, ਉਹ ਇਹ ਨਹੀਂ ਹੈ ਕਿ ਕਿਰਾਏ ਤੇ ਲੈ ਕੇ ਆਏ ਹੁੰਦੇ ਸੀ। ਉਹ ਸਾਰੇ ਆਪਣੇ ਜਿਹੜੇ ਲੜਕੀ ਵਾਲੇ ਦਾ ਪਰਿਵਾਰ, ਰਿਸ਼ਤੇਦਾਰ ਜਿਹੜੇ ਮਿਲ ਕਰਕੇ ਪਹਿਲਾਂ ਬਰਾਤ ਨੂੰ ਛਕਾ ਕਰਕੇ ਤੇ ਫਿਰ ਜਿਹੜਾ ਸੀ ਉਹ ਆਪ ਭੋਜਨ ਛਕਦੇ ਵਿਆਹ ਦੇ ਵਿੱਚ। ਲੜਕੀ ਵਾਲਾ ਪਰਿਵਾਰ, ਉਹਨਾਂ ਦੇ ਰਿਸ਼ਤੇਦਾਰ, ਨਗਰ ਵਾਸੀ ਸਾਰੇ ਪਹਿਲਾਂ ਆਈ ਹੋਈ ਬਰਾਤ ਦੀ ਸੇਵਾ ਕਰਦੇ ਤੇ ਉਸ ਤੋਂ ਬਾਅਦ ਆਪ ਛਕਦੇ। ਪਰ ਅੱਜ ਤਾਂ ਜੇ ਵਿਆਹਾਂ ਸ਼ਾਦੀਆਂ ਦੇ ਵਿੱਚ ਜਾਈਏ ਤੇ ਪਤਾ ਹੀ ਨਹੀਂ ਲੱਗਦਾ ਕਿ ਲੜਕੀ ਵਾਲਾ ਕੌਣ ਹੈ ਤੇ ਲੜਕੇ ਵਾਲੇ ਵੱਲੋਂ ਕੌਣ ਹੈ, ਸਭ ਇੱਕੋ ਥਾਂ ਤੇ ਇਕੱਠਾ ਹੈ। ਤੇ ਪਰੋਸਣ ਵਾਲੇ ਜਿਹੜੇ ਨੇ, ਵਰਤਾਉਣ ਵਾਲੇ ਜਿਹੜੇ ਨੇ, ਉਹ ਕਿਰਾਏ ਤੇ ਲੈ ਕੇ ਆਂਦੇ ਹੋਏ ਨੇ। ਅਸੀਂ ਉਹ ਪਹਿਲਾਂ ਆਪਣਾ ਵੇਖਦੇ ਨੇ, ਪਹਿਲਾਂ ਆਪਣਾ ਪੇਟ ਭਰਦੇ ਨੇ ਤੇ ਫਿਰ ਉਹ ਜਿਹੜਾ ਦੂਸਰਿਆਂ ਨੂੰ ਵਰਸਾਉਂਦੇ ਨੇ। ਪਤਾ ਹੀ ਹੈ ਸਾਨੂੰ ਕਿ ਉਸ ਸਮੇਂ ਸਾਡੇ ਵਰਗਾ ਕੋਈ ਜੇ ਉਸ ਸਮਾਗਮ ਦੇ ਵਿੱਚ ਜਾਵੇ ਤਾਂ ਉੱਥੇ ਛਕਣਾ ਵੀ ਔਖਾ ਹੋ ਜਾਂਦਾ ਹੈ। ਕਈ ਵਾਰੀ ਤਾਂ ਇਸ ਤਰ੍ਹਾਂ ਹੀ ਮੁੜ ਕਰਕੇ ਆਉਣਾ ਪੈਂਦਾ ਹੈ, ਸ਼ਗਨ ਦੇ ਕਰਕੇ, ਭਾਈ ਆਹ ਲਓ ਸ਼ਗਨ, ਅਸੀਂ ਚੱਲੀਏ ਇੱਥੋਂ, ਜਿਹੜਾ ਜਲ ਛਕ ਕਰਕੇ ਤੇ ਵਾਪਸ ਮੁੜਨਾ ਪੈਂਦਾ ਹੈ। ਸੋ ਇਹੋ ਜਿਹੇ ਮਾਹੌਲ ਨੇ ਸਾਡੇ ਵਿਆਹਾਂ ਸ਼ਾਦੀਆਂ ਦੇ। ਇਹ ਇਤਿਹਾਸ ਸਾਨੂੰ ਇਹੋ ਹੀ ਸਿੱਖਿਆ ਦੇ ਰਿਹਾ ਹੈ ਕਿ ਸਾਡਾ ਇਹ ਵਿਰਸਾ ਨਹੀਂ ਹੈ ਜਿਹੜਾ ਅਸੀਂ ਅਪਣਾ ਲਿਆ। ਅੱਜ ਜਿਹੜੇ ਪਾਸੇ ਅੱਜ ਅਸੀਂ ਤੁਰ ਪਏ ਹਾਂ, ਇਹ ਸਾਡਾ ਵਿਰਸਾ ਨਹੀਂ ਹੈ। ਸਾਡਾ ਵਿਰਸਾ, ਸਾਡਾ ਇਤਿਹਾਸ ਸਾਨੂੰ ਦੱਸਦਾ ਹੈ। ਸੋ ਸਾਰੀ ਸੰਗਤ ਬੈਠ ਗਈ ਹੈ, ਵਰਤਾਵੇ ਆਏ ਨੇ, ਉਹਨਾਂ ਨੇ ਭੋਜਨ ਪਰੋਸਣਾ ਸ਼ੁਰੂ ਕੀਤਾ ਹੈ। ਜਲ ਲੈ ਕਰ ਹਾਥ ਪਖਾਰੇ। ਹਾਂ, ਸਭ ਤੋਂ ਪਹਿਲਾਂ ਉਹਨਾਂ ਨੇ ਜਲ ਲਿਆ ਹੱਥ ਵਿੱਚ ਤੇ ਸਾਰੀ ਬਰਾਤ ਦੇ ਪਹਿਲਾਂ ਹੱਥ ਧੁਆਏ ਹਨ। ਸਭ ਕੀਰ ਅਗਾਰੀ ਥਾਰਾ। ਫਿਰ ਸਾਰਿਆਂ ਦੇ ਅੱਗੇ ਥਾਲ ਪਰੋਸੇ ਨੇ, ਥਾਲ ਰੱਖੇ ਹਨ। ਬਹੁ ਸਵਾਦਲ ਪਾਏ ਆਹਾਰਾ। ਤੇ ਫਿਰ ਉਹਨਾਂ ਥਾਲਾਂ ਦੇ ਵਿੱਚ ਬਹੁਤ ਸਵਾਦ ਦੇ ਨਾਲ, ਰੀਝ ਦੇ ਨਾਲ ਬਣਾਏ ਹੋਏ ਜਿਹੜੇ ਪਕਵਾਨ ਨੇ, ਭੋਜਨ ਨੇ, ਉਹ ਪਾਏ ਗਏ ਹਨ, ਪਰੋਸੇ ਗਏ ਹਨ। ਜੋ ਸਪਤ ਬਿਦਨ ਪਕਵਾਨਾ। ਜੋ ਸਪਤ ਬਿਦਨ, 7 ਤਰ੍ਹਾਂ ਦੇ ਬਣੇ ਹੋਏ ਜਿਹੜੇ ਸੋਹਣੇ ਪਕਵਾਨ ਹਨ। ਵਿੱਚ ਮੇਵੇ ਮਿਲੇ ਮਹਾਨਾ। ਜਿਹੜੇ ਮੇਵੇ ਗਰੀ ਆਦਿਕ ਮਿਲਾ ਕਰਕੇ ਬਣਾਏ ਗਏ ਹਨ। ਦਧ ਸੰਗ ਵਿਸ਼ਾਲ ਮਸਾਲੇ। ਜਿਹੜੇ ਦਹੀਂ ਦੇ ਵਿੱਚ ਵੜੇ ਪਾ ਕਰਕੇ, ਮਸਾਲੇ ਬਣਾ ਕੇ ਦਹੀਂ ਵੜੇ ਬਣਾਏ ਹਨ। ਗਨ ਬਰੇ ਪਕੌੜੇ ਡਾਲੇ। ਬਹੁਤ ਬੜੇ ਪਕੌੜੇ ਪਾ ਕਰਕੇ ਦਹੀਂ ਦੇ ਅੰਦਰ। ਸਭ ਅਚ ਤੇ ਸਾਧ ਸਰਾਹੇ। ਤੇ ਸਾਰੇ ਹੁਣ ਬਰਾਤੀ ਜਿਹੜੇ ਨੇ ਉਹ ਖਾ ਰਹੇ ਨੇ, ਨਾਲੇ ਛਕ ਰਹੇ ਨੇ, ਤੇ ਨਾਲੇ ਉਸ ਭੋਜਨ ਦੇ ਸਵਾਦ ਦੀ ਸਲਾਹਨਾ ਕਰ ਰਹੇ ਨੇ, ਸਿਫਤ ਕਰ ਰਹੇ ਨੇ ਕਿ ਲੜਕੀ ਵਾਲਿਆਂ ਨੇ ਬੜੀ ਰੀਝ ਦੇ ਨਾਲ ਇਹ ਪਕਵਾਨ ਬਣਾਏ ਨੇ, ਬੜੀ ਰੀਝ ਦੇ ਨਾਲ ਇਹ ਭੋਜਨ ਤਿਆਰ ਕੀਤੇ ਹਨ। ਨਾਲੇ ਉਸ ਭੋਜਨ ਦੀ, ਉਸ ਪਕਵਾਨ ਦੀ ਸਿਫਤ ਕਰਦੇ ਨੇ ਤੇ ਨਾਲੇ ਛਕਦੇ ਹਨ। ਪੁਨ ਸੂਖਮ ਚਾਵਰ ਚਾਹੇ। ਤੇ ਬਹੁਤ ਸੂਖਮ ਮੁਲਾਇਮ ਲੰਮੇ ਲੰਮੇ ਚੌਲ ਜਿਹੜੇ ਬਣਾਏ ਹੋਏ ਹਨ। ਜੁਗ ਰੀਤਨ ਕੇ ਤਬ ਲਿਆਏ। ਜੁਗ ਰੀਤਨ, ਜੁਗ ਆਖਦੇ ਦੋ ਤਰ੍ਹਾਂ ਦੇ ਚੌਲ ਜਿਹੜੇ ਬਣਾਏ ਹਨ, ਉਹ ਪਰੋਸੇ ਗਏ, ਵਰਤਾਏ ਗਏ। ਇੱਕ ਮధుਰ ਸਲਵਨ ਮਿਲਾਏ। ਇੱਕ ਮਧੁਰ ਆਖਦੇ ਨੇ ਮਿੱਠੇ ਨੂੰ, ਇੱਕ ਮਿੱਠੇ ਚੌਲ ਨੇ ਤੇ ਇੱਕ ਨਮਕੀਨ ਵਾਲੇ ਨਮਕ ਚੌਲ ਹਨ। ਬਹੁ ਸਾਵਗ ਗਰੀ ਬਦਾਮ। ਜਿਹਦੇ ਵਿੱਚ ਬੜੀ ਸੌਂਗੀ, ਗਰੀ, ਬਦਾਮ ਆਦਿਕ ਪਾ ਕੇ ਬਣਾਏ ਗਏ ਹਨ। ਕੀਏ ਚਤੁਰਨ ਅਤੇ ਅਵਿਰਾਮ। ਜਿਹੜੇ ਬੜੇ ਚਤਰ ਸਿਆਣੇ ਜਿਹੜੇ ਰਸੋਈਏ ਨੇ, ਉਹਨਾਂ ਨੇ ਤਿਆਰ ਕੀਤਾ ਹੈ ਇਹ ਸਾਰਾ ਭੋਜਨ। ਵਿਖ ਬੈਠੀ ਨਾਗਰ ਨਾਰੀ। ਸੋ ਇਸ ਤਰ੍ਹਾਂ ਬਰਾਤ ਜਿਹੜੀ ਹੈ ਭੋਜਨ ਛਕ ਰਹੀ ਹੈ। ਨਗਰ ਵਾਸੀ ਜਿਹੜੀਆਂ ਇਸਤਰੀਆਂ ਨੇ, ਕਿਉਂਕਿ ਉਹਨਾਂ ਪੁਰਾਤਨ ਸਮਿਆਂ ਦੇ ਅੰਦਰ ਜਦੋਂ ਬਰਾਤ ਛਕਦੀ, ਭੋਜਨ ਛਕਦੀ,
ਤਾਂ ਉਸ ਸਮੇਂ ਉਹ ਇਸਤਰੀਆਂ ਮਿਲ ਕਰਕੇ ਇਕੱਠੀਆਂ ਹੋ ਕਰਕੇ ਜਿਹੜੀਆਂ ਵਿਆਹ ਦੀਆਂ ਘੋੜੀਆਂ ਗੀਤ ਆਦਿਕ ਜਿਹੜੇ ਸੀ ਉਹ ਗਾਉਂਦੀਆਂ ਹਨ। ਗਨ ਭੂਖਨ ਬਸਨ ਸ਼ਿੰਗਾਰੀ, ਜਿਹੜਾ ਉਹਨਾਂ ਇਸਤਰੀਆਂ ਨੇ ਨਗਰ ਦੀਆਂ ਨੇ ਰਿਸ਼ਤੇਦਾਰ ਲੜਕੀ ਦੇ ਪਰਿਵਾਰ ਵਾਲੀਆਂ ਸਾਰੀਆਂ ਬੜੇ ਸੋਹਣੇ ਪਹਿਰਾਵੇ ਵਸਤਰ ਗਹਿਣੇ ਆਦਿਕ ਉਹਨਾਂ ਨੇ ਪਹਿਨੇ ਹੋਏ ਹਨ। ਕਲ ਕੋਕਲ ਕੰਠੀ ਗਾਵੇ, ਜਿਹੜੀਆਂ ਬੜੇ ਕੋਕਲ ਆਖਦੇ ਕੋਇਲ ਨੂੰ, ਕੋਇਲ ਦੇ ਕੰਠ ਵਰਗੀਆਂ ਭਾਵ ਕਿ ਬੜੇ ਸੁਰੀਲੇ ਗਲੇ ਦੇ ਨਾਲ ਬੜੀ ਸੁਰ ਦੇ ਵਿੱਚ ਉਹ ਗਾਉਂਦੀਆਂ ਹਨ। ਦ੍ਰਿਗ ਖੰਜਨ ਅੰਜ ਨਚਾਵੇ, ਜਿਨ੍ਹਾਂ ਨੇ ਆਪਣੇ ਮਮੋਲੇ ਵਰਗੀਆਂ ਅੱਖਾਂ ਦੇ ਵਿੱਚ ਨੇਤਰਾਂ ਦੇ ਵਿੱਚ ਅੰਜਨ ਕੱਜਲ ਪਾਇਆ ਹੋਇਆ, ਸੁਰਮਾ ਪਾਇਆ ਹੋਇਆ ਹੈ। ਨਰ ਜੀ ਬਰਾਤ ਅਵਿਰਾਮੂ, ਸੋ ਜਿੰਨੇ ਵੀ ਬਰਾਤੀ ਆਏ ਹੋਏ ਨੇ ਭੋਜਨ ਛਕ ਰਹੇ ਹਨ। ਦੇਂਗਾਰੀ ਲੈ ਕਰ ਨਾਮੂ, ਸੋ ਇਹ ਬਚਨ ਜਿਹੜੇ ਨੇ ਗੁਰ ਇਤਿਹਾਸ ਦੇ ਅੰਦਰ ਢੁਕਦੇ ਨੇ ਕਿ ਦੋਵੇਂ ਪਾਸੇ ਗੁਰਮੁਖ ਸੱਜਣ ਨੇ। ਜਿਹੜੇ ਲੜਕੀ ਪਰਿਵਾਰ ਹੈ ਉਹ ਪੁਸਤਾਂ ਤੋਂ ਖਾਨਦਾਨੀ ਗੁਰੂ ਕੇ ਸਿੱਖ ਨੇ, ਬਾਣੀ ਪੜ੍ਹਨ ਵਾਲੇ, ਬਾਣੀ ਦਾ ਕੀਰਤਨ ਕਰਨ ਵਾਲੇ, ਗੁਰੂ ਕੇ ਸ਼ਬਦ ਉੱਤੇ ਭਰੋਸਾ ਕਰਨ ਵਾਲੇ, ਤੇ दूसरे पासे गुरु का परिवार है। हाँ, उत्थे गुरु की बाणी गाई जा रही है, गुरु की शब्द, गुरु की सिफत सलाह हो रही है, ये आख्या जा सकता है। ਸਵਰਿ ਦੇ ਆਨੰਦ ਵਧਾਵੇ, सो इस तरह सारियां दे हिरदियां दे विच बड़ा आनंद, बड़ी खुशी प्रगट हो रही है इस समय, इस मौके उत्ते। ਹੈ ਰਾਗ ਤਉ ਮਨ ਭਾਵੇ, सो इस तरह ਮਨ ਭਾਉਂਦੇ ਸਾਰੇ ਭੋਜਨ ਛਕਦੇ ਹਨ। ਰਸ ਰੰਗ ਸਮੈ ਤਿਸ ਹੋਵਾ, ਸੋ ਇਹੋ ਜਿਹਾ ਰੰਗ, ਇਹੋ ਜਿਹਾ ਆਨੰਦ ਜੇ ਭਰਿਆ, ਜਿਹੜਾ ਖੁਸ਼ੀਆਂ ਭਰਿਆ ਜਿਹੜਾ ਉਹ ਮਾਹੌਲ ਬਣਿਆ ਹੈ। ਮੁਦ ਕਰੈ ਪਰਸ ਪਰ ਜੋਵਾ, ਸੋ ਦੋਨਾਂ ਪਾਸਿਆਂ ਤੋਂ ਬੜੀ ਖੁਸ਼ੀ ਦੇ ਨਾਲ, ਆਨੰਦ ਦੇ ਨਾਲ ਇਸ ਮੰਗਲਾਚਾਰ ਖੁਸ਼ੀਆਂ ਭਰੇ ਮਾਹੌਲ ਨੂੰ ਦੇਖਿਆ ਜਾ ਰਿਹਾ ਹੈ। ਅਚ ਸਨੈ ਸਨੈ ਅਸ ਅਸਨਾ, ਸੋ ਇਸ ਤਰ੍ਹਾਂ ਸਾਰੇ ਬਰਾਤੀਆਂ ਨੇ ਬੜੇ ਪ੍ਰੇਮ ਦੇ ਨਾਲ ਹੌਲੀ ਹੌਲੀ ਕਰਕੇ ਭੋਜਨ ਛਕਿਆ ਹੈ। ਮੁਸਕਾਏ ਦਿਪੈ ਦੁੱਤ ਬਸਨਾ, ਤੇ ਸਾਰੇ ਬੜੇ ਪ੍ਰਸੰਨ ਚਿੱਤ ਨੇ, ਮੁਸਕਾ ਰਹੇ ਨੇ, ਹੱਸ ਰਹੇ ਨੇ, ਬੜੀਆਂ ਖੁਸ਼ੀਆਂ ਵਿੱਚ ਹਨ। ਮਨ ਸਭ ਕੇ ਤਬ ਬਿਰਮਾਏ, ਸਾਰਿਆਂ ਦੇ ਮਨ ਜਿਹੜੇ ਬੜੇ ਪ੍ਰਸੰਨ ਹਨ ਉਸ ਸਮੇਂ। ਨਹਿ ਉਠਨ ਕਿਸੂ ਮਨ ਭਾਏ, ਇਹੋ ਜਿਹੇ ਖੁਸ਼ੀਆਂ ਭਰੇ ਮਾਹੌਲ ਦੇ ਵਿੱਚੋਂ ਜਿੱਥੇ ਗੁਰੂ ਕੇ ਦਰਸ਼ਨ ਵੀ ਹੋ ਰਹੇ ਨੇ, ਗੁਰੂ ਕੀ ਸੰਗਤ ਵੀ ਹੋ ਰਹੀ ਹੈ ਤੇ ਵਿਆਹ ਦੀਆਂ ਖੁਸ਼ੀਆਂ ਵੀ ਪ੍ਰਾਪਤ ਹੋ ਰਹੀਆਂ ਨੇ। ਸੋ ਇਸ ਆਨੰਦ ਭਰੇ, ਖੁਸ਼ੀਆਂ ਭਰੇ ਮਾਹੌਲ ਦੇ ਵਿੱਚੋਂ ਕਿਸੇ ਦਾ ਉੱਠਣ ਨੂੰ ਮਨ ਨਹੀਂ ਕਰ ਰਿਹਾ। ਸੁਖ ਪਾਏ ਭਨੈ ਸਭ ਐਸੇ, ਤੇ ਸਾਰੇ ਸੁਖ, ਆਨੰਦ, ਖੁਸ਼ੀ ਪ੍ਰਾਪਤ ਕਰਕੇ ਆਪਣੀ ਰਸਨਾ ਤੋਂ ਗੁਰੂ ਦੀ ਸਿਫਤ ਦੇ ਵਿੱਚ, ਗੁਰੂ ਦੀ ਵਡਿਆਈ ਵਿੱਚ ਇਸ ਤਰ੍ਹਾਂ ਆਖਦੇ ਹਨ। ਅਸ ਉਤਸਵ ਕਿਤੋਂ ਨ ਕੈਸੇ, ਵੀ ਇਹੋ ਜਿਹਾ ਉਤਸਵ, ਇਹੋ ਜਿਹੀ ਖੁਸ਼ੀ ਦਾ ਮਾਹੌਲ, ਇਹੋ ਜਿਹਾ ਜਿਹੜਾ ਖੁਸ਼ੀਆਂ ਭਰਿਆ ਵਿਆਹ ਦਾ ਸਮਾਗਮ ਅਜੇ ਅਸੀਂ ਅੱਗੇ ਕਦੇ ਨਹੀਂ ਵੇਖਿਆ। ਔਰ ਬਿਸਰੇ ਉਪਦੇਸ਼ ਰੋਕਾਲਾ, ਸੋ ਇਸ ਤਰ੍ਹਾਂ ਸਾਰੇ ਨਗਰ ਦੇ ਵਿੱਚ ਬੜੀਆਂ ਖੁਸ਼ੀਆਂ ਦਾ ਮਾਹੌਲ ਹੈ। ਅਸ ਆਨੰਦ ਭਇਓ ਵਿਸਾਲਾ, ਐਸਾ ਆਨੰਦ, ਵਿਸਾਲ, ਬਹੁਤ ਭਾਰੀ ਆਨੰਦ ਸਾਰੇ ਨਗਰ ਦੇ ਵਿੱਚ ਫੈਲਿਆ ਹੈ। ਤਬ ਨੀਠ ਨੀਠ ਲੈ ਪਾਣੀ, ਸੋ ਸਾਰੀ ਬਰਾਤ ਨੇ ਪ੍ਰਸ਼ਾਦ ਪਾਣੀ, ਭੋਜਨ ਪ੍ਰਸ਼ਾਦਾ ਛਕਿਆ ਹੈ ਤੇ ਫਿਰ ਨੀਠ ਨੀਠ ਹੌਲੀ ਹੌਲੀ ਕਰਕੇ ਪਾਣੀ ਜਲ ਆਦਿਕ ਛਕ ਕੇ ਸਭ ਕਰੇ ਪਖਾਰਨ ਪਾਨੀ, ਉਪਰੰਤ ਸਾਰਿਆਂ ਨੇ ਜਿਹੜਾ ਹੈ ਉਹ ਹੱਥ ਧੋਤੇ ਨੇ। ਜਿਸ ਤਰ੍ਹਾਂ ਛਕਾਉਣ ਤੋਂ ਪਹਿਲਾਂ ਸਾਰੀ ਬਰਾਤ ਦੇ ਪੰਗਤ ਵਿੱਚ ਬਿਠਾ ਕੇ ਹੱਥ ਧੋਆਏ ਗਏ ਨੇ, ਫਿਰ ਛਕਾ ਕੇ ਤੇ ਫਿਰ ਹੱਥ ਧੋਆਏ ਗਏ ਹਨ। ਧਨ ਜਥਾ ਜੋਗ ਤੈ ਦੀਨਾ, ਤੇ ਉਸ ਸਮੇਂ ਜਥਾ ਜੋਗ ਜਿਹੜਾ ਸੀ ਧਨ
ਮਾਨ ਦਾਨ ਆਦਿਕ ਸਤਿਗੁਰੂ ਜੀ ਨੇ ਕੀਤਾ ਹੈ ਸਭ ਦਾ। ਉਠ ਗਮਨੇ ਗੁਰੂ ਪਰਬੀਨਾ, ਉਪਰੰਤ ਪ੍ਰਵੀਨ ਸਿਆਣੇ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਉਥੋਂ ਸੰਗਤ ਸਮੇਤ ਬਰਾਤੀਆਂ ਸਮੇਤ ਉੱਠ ਕੇ ਸਿੱਖ ਸੰਗਤ ਸੰਗ ਲਈ ਹੈ। ਕੁਝ ਸਿੱਖ ਸੰਗਤ ਨੂੰ ਸਤਿਗੁਰੂ ਜੀ ਨੇ ਨਾਲ ਲਿਆ ਤੇ ਜੋ ਸੰਗਤ ਨੂੰ ਵਾਅਦਾ ਕੀਤਾ ਸੀ ਉਸ ਵਾਅਦੇ ਨੂੰ ਪੂਰਾ ਕਰਨ ਵਾਸਤੇ ਦੇਸ਼ ਪੂਰਵ ਗ੍ਰਾਮ ਲੱਗੇ ਹੈ। ਨਗਰ ਗ੍ਰਾਮ ਪਿੰਡ ਡੱਲੇ ਤੋਂ ਪੂਰਬ ਵਾਲੇ ਪਾਸੇ ਨੂੰ ਬਾਹਰ ਵੱਲ ਨੂੰ ਸਤਿਗੁਰੂ ਜੀ ਉਹਨਾਂ ਸੰਗਤਾਂ ਨੂੰ ਨਾਲ ਲੈ ਕੇ ਗਏ ਹਨ। ਤਹਿ ਖਰੇ ਹੋਏ ਮੁਖ ਭਾਖਾ, ਨਗਰ ਦੇ ਪੂਰਬ ਵਾਲੇ ਪਾਸੇ ਬਾਰ-ਬਾਰ ਜਾ ਕੇ ਖਲੋ ਕੇ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣੇ ਸੁਭਾਏਮਾਨ ਮੁਖ ਤੋਂ ਇਸ ਤਰ੍ਹਾਂ ਭਾਖਾ ਆਖਿਆ ਹੈ। ਸਭ ਸਿੱਖਨ ਕੀ ਅਵਲਾਖਾ, ਇਹ ਭਾਈ ਜੇ ਸਾਰੇ ਸਿੱਖਾਂ ਦੀ ਸੰਗਤਾਂ ਦੀ ਇਹ ਅਭਲਾਖਾ ਇਹ ਇੱਛਾ ਹੈ। ਚਿਤ ਚਹਿ ਕਰਿਓ ਇਸ ਥਾਨਾ, ਜੇ ਚਿੱਤ ਵਿੱਚ ਚਾਹੁੰਦੇ ਨੇ ਕਿ ਇੱਥੇ ਉਹ ਅਸਥਾਨ ਪ੍ਰਗਟ ਹੋਵੇ, ਉਹ ਨਿਸ਼ਾਨੀ ਪ੍ਰਗਟ ਹੋਵੇ ਜਿੱਥੋਂ ਅਸੀਂ ਇਹ ਜਾਣੀਏ ਚੇਤੇ ਕਰੀਏ ਕਿ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਇਸ ਨਗਰ ਵਿੱਚ ਆਏ ਸੀ। ਜੇ ਤੁਹਾਡੀ ਇਸ ਤਰ੍ਹਾਂ ਦੀ ਅਭਲਾਖਾ ਹੈ ਬਨ ਹੈ ਗੁਰ ਚਿੰਨ ਮਹਾਨਾ, ਤਾਂ ਸਤਿਗੁਰੂ ਜੀ ਆਖਣ ਲੱਗੇ ਤੁਹਾਡੀ ਇੱਛਾ ਅਨੁਸਾਰ ਅਸੀਂ ਇੱਥੇ ਮਹਾਨ ਚਿੰਨ੍ਹ ਮਹਾਨ ਨਿਸ਼ਾਨੀ ਬਣਾਉਂਦੇ ਹਾਂ। ਜੋ ਆਏ ਦਰਸ਼ ਕੋ ਲੈ ਹੈ, ਤੇ ਉਸ ਗੁਰੂ ਕੇ ਨਿਸ਼ਾਨ ਦੀ ਗੁਰੂ ਕੀ ਨਿਸ਼ਾਨੀ ਦੀ ਜੋ ਆ ਕਰਕੇ ਦਰਸ਼ਨ ਕਰੇਗਾ ਕਰ ਬੰਧਨ ਸ਼ੁਭ ਫਲ ਪੈ, ਆ ਕੇ ਸ਼ਰਧਾ ਦੇ ਨਾਲ ਸੀਸ ਝੁਕਾਵੇਗਾ ਬੰਧਨ ਕਰੇਗਾ ਮੱਥਾ ਟੇਕੇਗਾ ਤਾਂ ਉਹਦੇ ਮਨ ਦੀ ਭਾਵਨਾ ਪੂਰੀ ਹੋਵੇਗੀ। ਤਕ ਬਾਪੀ ਕੋ ਹਮ ਲਾਈ, ਸਤਿਗੁਰੂ ਜੀ ਆਖਣ ਲੱਗੇ ਭਾਈ ਬੌਲੀ ਦਾ ਅਸੀਂ ਇੱਥੇ ਟੱਪ ਲਾਉਂਦੇ ਹਾਂ। ਪੁਨ ਪੀਛੇ ਲਿਓ ਬਣਾਈ, ਵੀ ਅਸੀਂ ਆਰੰਭਤਾ ਕਰ ਦਿੰਦੇ ਹਾਂ ਟੱਪ ਲਾ ਦਿੰਦੇ ਹਾਂ, ਪਿੱਛੋਂ ਤੁਸੀਂ ਉਸ ਬੌਲੀ ਨੂੰ ਸੰਪੂਰਨ ਕਰ ਲੈਣਾ ਮੁਕੰਮਲ ਕਰ ਲੈਣਾ। ਇਮ ਕਹਿ ਕਰ ਕਹੀ ਮੰਗਾਈ, ਸੋ ਇਸ ਤਰ੍ਹਾਂ ਆਖ ਕੇ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣੇ ਕਰ ਕਮਲਾਂ ਦੇ ਵਿੱਚ ਕਹੀ ਫੜੀ ਹੈ। ਬਹੁ ਦੀਨਸ ਬਾਟ ਮਿਠਾਈ, ਤੇ ਪਹਿਲਾਂ ਅਰਦਾਸ ਕੀਤੀ ਹੈ, ਅਰਦਾਸ ਕਰਕੇ ਮਠਿਆਈ ਮਿੱਠਾ ਵੰਡਿਆ ਗਿਆ ਹੈ। ਨਿਜ ਕਰ ਸੋ ਟੱਕ ਲਗਾਇਓ, ਉਪਰੰਤ ਸਤਿਗੁਰੂ ਜੀ ਨੇ ਆਪਣੇ ਮੁਬਾਰਕ ਕਰ ਕਮਲਾਂ ਦੇ ਨਾਲ ਬੌਲੀ ਦਾ ਟੱਕ ਲਾਇਆ ਹੈ। ਪੁਨ ਖੋਦਿਓ ਪਾੜ ਬਣਾਇਓ, ਤੇ ਫਿਰ ਉੱਥੇ ਪੁੱਟਿਆ ਗਿਆ ਥੋੜਾ ਜਿਹਾ ਪਾੜ ਜਿਹੜਾ ਸੀ ਉਹ ਡੂੰਘਾ ਕੀਤਾ ਗਿਆ। ਟਿਗ ਸਾਲੋ ਕੋ ਗੁਰ ਹੀਰਾ, ਤੇ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਭਾਈ ਸਾਲੋ ਨੂੰ ਕੋਲ ਖੋਤੇ ਹੋਏ ਵੇਖ ਕੇ ਆਖਿਆ ਸ਼੍ਰੀ ਮੁਖ ਤੇ ਕਹਿ ਤਿਸ ਬੀਰਾ, ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣੇ ਸੁਭਾਏਮਾਨ ਮੁਖ ਤੋਂ ਇਸ ਤਰ੍ਹਾਂ ਭਾਈ ਸਾਲੋ ਨੂੰ ਆਗਿਆ ਕੀਤੀ ਹੁਕਮ ਕੀਤਾ ਹੈ। ਤੁਮ ਰਹੋ ਕਿਤਿਕ ਚਿਰ ਗ੍ਰਾਮੂ, ਵੀ ਤੁਸੀਂ ਕੁਝ ਸਮਾਂ ਇਸ ਗ੍ਰਾਮ ਇਸ ਨਗਰ ਦੇ ਵਿੱਚ ਰਹਿ ਕੇ ਇਹ ਸੇਵਾ ਕਰਵਾਵੋਗੇ। ਹਿਤ ਬਾਪੀ ਕਰ ਬੇਕਾਮੂ, ਇਸ ਬੌਲੀ ਦਾ ਕੰਮ ਕਰਨ ਵਾਸਤੇ ਸੇਵਾ ਕਰਨ ਵਾਸਤੇ ਤੁਸੀਂ ਇੱਥੇ ਰਹੋਗੇ ਕੁਝ ਸਮਾਂ। ਜਬ ਤਿਆਰ ਸਰਬ ਬਨ ਜਾਵੇ, ਜਦੋਂ ਇਹ ਸਾਰੀ ਬੌਲੀ ਤਿਆਰ ਹੋ ਜਾਵੇ ਗੁਰ ਬਾਪੀ ਸੰਗਤ ਨਾਵੇ, ਤਾਂ ਫਿਰ ਗੁਰੂ ਕੀ ਬੌਲੀ ਦੇ ਵਿੱਚ ਜਦੋਂ ਸੰਗਤ ਨਹਾਵੇਗੀ ਇਸ਼ਨਾਨ ਕਰੇਗੀ। ਸਤਨਾਮ ਜਪੈ ਲਿਵ ਲਾਵੇ, ਇਸ਼ਨਾਨ ਕਰਕੇ ਸਤਨਾਮ ਵਾਹਿਗੁਰੂ ਦਾ ਜਾਪ ਕਰੇਗੀ। ਪਰਮੇਸ਼ਰ ਵਾਹਿਗੁਰੂ ਜੀ ਦੇ ਚਰਨਾਂ ਦੇ ਵਿੱਚ ਸੁਰਤੀ ਜੋੜੇਗੀ ਸੰਗਤ ਜਦੋਂ। ਮਨ ਬਾਂਛਤ ਸੋ ਫਲ ਪਾਵੇ, ਤੇ ਉਹਨੂੰ ਮਨ ਇੱਛਤ ਮਨ ਬਾਸ਼ਤ ਫਲ ਦੀ ਪ੍ਰਾਪਤੀ ਹੋਇਆ ਕਰੇਗੀ। ਇਮ ਕਹਿ ਕਰ ਗੁਰੂ ਕਿਰਪਾਲੇ, ਸਤਿਗੁਰੂ ਕਿਰਪਾਲੂ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਇਸ ਤਰ੍ਹਾਂ ਭਾਈ ਸਾਲੋ ਨੂੰ ਆਖ ਕਰਕੇ ਜਨ ਵਾਸੇ ਕੋ ਪੁਨ ਚਾਲੇ, ਸਤਿਗੁਰੂ ਜੀ ਫਿਰ ਜਨਵਾਸ ਜਿੱਥੇ ਜੰਝ ਠਹਿਰੀ ਹੋਈ ਸੀ ਬਰਾਤ ਠਹਿਰੀ ਹੋਈ ਸੀ ਉਧਰ ਚੱਲ ਪਏ ਹਨ।
ਜੋ ਮੰਗਤ ਜਨ ਜਬ ਆਵੈ ਜੋ ਵੀ ਸਤਿਗੁਰੂ ਜੀ ਦੀ ਸ਼ਰਨ ਵਿੱਚ ਆਉਂਦਾ ਹੈ, ਜੋ ਇੱਛਾ ਕਰਦਾ ਹੈ, ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ। ਧਨ ਲੈ ਜਸ ਉਚਰਤ ਜਾਵੈ ਧਨ ਦਾ ਇੱਛਾਵਾਨ ਧਨ ਲੈ ਕਰਕੇ ਗੁਰੂ ਕਾ ਜਸ ਵਡਿਆਈ ਕਰਦਾ ਹੈ। ਗੁਰ ਆਨ ਬਿਰਾਜੇ ਡੇਰੇ ਇਸ ਤਰ੍ਹਾਂ ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਆਪਣੇ ਡੇਰੇ ਜਿਸੇ ਬਰਾਤ ਠਹਿਰੀ ਹੋਈ ਹੈ ਜੰਝਵਾਸ ਦੇ ਵਿੱਚ ਆ ਠਹਿਰੇ ਹਨ। ਸਿੱਖ ਸੰਗਤ ਸੰਗ ਕਨੇਰੇ ਨਾਲ ਬਹੁਤ ਗਿਣਤੀ ਵਿੱਚ ਸਿੱਖ ਸੰਗਤਾਂ ਹਨ, ਬਰਾਤੀ ਹਨ। ਧੰਨ ਧੰਨ ਉਚਾਰਤ ਬਾਣੀ ਸਾਰੇ ਹੀ ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੂੰ ਧੰਨ ਧੰਨ ਆਖ ਰਹੇ ਹਨ। ਤਹਿ ਕੀਰਤ ਭਈ ਮਹਾਨੀ ਸੋ ਸੰਗਤ ਜੀਓ, ਇਸ ਤਰ੍ਹਾਂ ਸਤਿਗੁਰੂ ਗੁਰੂ ਅਰਜਨ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਵਿਆਹ ਸਮਾਗਮਾਂ ਦੇ ਵਿੱਚ ਬੜੀ ਹੀ ਸੰਗਤ ਆਨੰਦਿਤ ਹੋਈ ਹੈ। ਹਿਮ ਰਹੇ ਤਹਾਂ ਗਤ ਦਾਈ ਸੋ ਇਸ ਤਰ੍ਹਾਂ ਸੰਗਤ ਜੀਓ, ਕੁਛ ਸਮਾਂ ਗਤ ਦਾਨੀ ਮੁਕਤੀ ਦੇ ਦਾਤੇ ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਇਸ ਨਗਰ ਡੱਲੇ ਦੇ ਵਿੱਚ ਰਹੇ ਹਨ। ਸਭ ਵਿਆਹ ਰੀਤ ਕਰਵਾਈ ਜੋ ਸਾਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਜੋ ਵਿਆਹ ਦੀ ਰਸਮ ਸੀ, ਰੀਤ ਸੀ, ਉਹ ਮੁਕੰਮਲ ਕੀਤੀ ਹੈ। ਜੋ ਲਾਗ ਦੇਨ ਅਰ ਲੈਣਾ ਜੋ ਲੈਣ ਦੇਣ ਦੀ ਜੋ ਰਸਮ ਸੀ, ਜੋ ਰਿਵਾਜ ਸੀ, ਉਸ ਮੁਤਾਬਕ ਸਭ ਕਰੇ ਮਹਾ ਗੁਣ ਐਨਾ ਉਹਨਾਂ ਦੇ ਖਜ਼ਾਨੇ ਸਤਿਗੁਰੂ ਜੀ ਨੇ ਉਹ ਸਾਰੀਆਂ ਰਸਮਾਂ ਜਿਹੜੀਆਂ ਨੇ ਉਹ ਪੂਰੀਆਂ ਕੀਤੀਆਂ ਨੇ। ਸਤਿਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਵਿਆਹ ਹੋਇਆ ਹੈ। ਸੋ ਇੱਥੇ ਇਸ ਅਧਿਆਏ ਇਸ ਪ੍ਰਸੰਗ ਦੀ ਸਮਾਪਤੀ ਹੋਈ ਹੈ। ਅਗਲਾ ਪ੍ਰਸੰਗ ਆਪਾਂ ਕੱਲ੍ਹ ਦੇ ਸਮੇਂ ਅੰਦਰ ਸਰਵਣ ਕਰਾਂਗੇ, ਕਿਵੇਂ ਬਰਾਤ ਵਾਪਸ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਜਾਂਦੀ ਹੈ। ਸੋ ਅੱਜ ਦਾ ਇਤਿਹਾਸ ਪੜ੍ਹਦੇ ਹਾਂ, ਵਿਚਾਰਦੇ ਹਾਂ, ਦੱਸਦਿਆਂ ਪਾਸੋਂ ਅਣਜਾਣ ਮਤ ਹੋਣ ਕਰਕੇ ਬੇਅੰਤ ਭੁੱਲਾਂ ਹੋ ਜਾਣੀਆਂ ਸੁਭਾਵਿਕ ਨੇ। ਸਤਿਗੁਰੂ ਪਾਤਸ਼ਾਹ ਗੁਰੂ ਕੀ ਸੰਗਤ ਬਖਸ਼ਣ ਯੋਗ ਹੈ, ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ ਜੀ। ਅੱਗੋਂ ਸਤਿਗੁਰੂ ਦੀ ਸਮੱਤ ਬਖਸ਼ਿਸ਼ ਕਰਨ। ਸਰਬੱਤ ਸੰਗਤ ਦੀ ਹਾਜ਼ਰੀ ਸਤਿਗੁਰੂ ਜੀ ਦਰ ਪ੍ਰਵਾਨ ਕਰਦੇ ਹੋਏ ਸਰਬੱਤ ਸੰਗਤ ਨੂੰ ਦਰੋ ਕਰੋ ਸਿੱਖੀ ਸਿਦਕ ਭਰੋਸਾ ਨਾਮ ਦੀ ਦਾਤ ਬਖਸ਼ਿਸ਼ ਕਰਨ। ਆਓ ਪ੍ਰਸੰਗ ਦੇ ਅਖੀਰਲੇ ਬਚਨ ਪੜ੍ਹ ਕਰਕੇ ਸਮਾਪਤੀ ਕਰੀਏ ਜੀ। ਹਿਮ ਰਹੇ ਤਹਾਂ ਗਤ ਦਾਈ ਸਭ ਵਿਆਹ ਰੀਤ ਕਰਵਾਈ ਜੋ ਲਾਗ ਦੇਨ ਅਰ ਲੈਣਾ ਸਭ ਕਰੇ ਮਹਾ ਗੁਣ ਐਨਾ। ਹੇ ਅਚੁਤ ਹੈ ਪਾਰ ਬ੍ਰਹਮ ਅਬਨਾਸੀ ਅਗਨਾਸ। ਹੇ ਪੂਰਨ ਹੈ ਸਰਬ ਮੈਂ ਦੁਖ ਭੰਜਨ ਗੁਣ। ਹੇ ਸੰਗੀ ਹੈ ਨਿਰੰਕਾਰ ਹੈ ਨਿਰਗੁਣ ਸਭ ਟੇਕ। ਹੇ ਗੋਬਿੰਦ ਹੈ ਗੁਣ ਨਿਧਾਨ ਜਾ ਕੈ ਸਦਾ ਬਮੇਕ। ਹੇ ਅਪਰੰਪਰ ਹਰ ਹਰੇ ਹੈ ਪੀਹੋ ਬਨਹਾਰ। ਹੇ ਸੰਤਾ ਕੈ ਸਦਾ ਸੰਗ ਨਿਧਾਰਾ ਆਧਾਰ। ਹੇ ਠਾਕੁਰ ਹਉ ਦਾਸੁਰ ਮੈਂ ਨਿਰਗੁਣ ਗੁਣ ਨਹੀਂ ਕੋਇ। ਨਾਨਕ ਦੀਜੈ ਨਾਮ ਦਾਨ ਰਾਖੋ ਹੀਐ ਪਰੋਇ। ਆਏ ਪ੍ਰਭ ਸਰਨਾਗਤੀ ਕਿਰਪਾ ਨਿਤ ਦਇਆਲ। ਏਕ ਅਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ ਚੜ੍ਹੈ ਸੋ ਉਤਰੈ ਪਾਰ। ਜੋ ਸ਼ਰਧਾ ਕਰ ਸੇਵੰਦੀ ਗੁਰ ਪਾਰਿ ਉਤਾਰਨ ਹਾਰ। ਜੋ ਸ਼ਰਧਾ ਕਰ ਸੇਵੰਦੀ ਗੁਰ ਪਾਰਿ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।